ਰਿਪਲਾਈ। ਨਿਊਜ਼ 18 ਤੇ ਬੋਲੇ, ਜਦੋਂ ਚਾਹੇ ਕਰ ਲਵੋ ਕਾਲ, ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ। ਕੱਲ ਸੀਐਮ ਨੇ ਵਿਧਾਨ ਸਭਾ 'ਚ ਕਿਹਾ ਸੀ, ਕਿੱਥੇ ਨੇ ਚੰਨੀ, ਕਈ ਫਾਈਲਾਂ ਨੂੰ ਲੈ ਕੇ ਕਰਨੀ ਹੈ ਗੱਲ। ਅੰਮ੍ਰਿਤਸਰ ਜੇਲ੍ਹ 'ਚ ਬੇਅਦਬੀ ਦੇ ਮੁਲਜ਼ਮਾਂ ਨੂੰ ਕੁੱਟਣ ਵਾਲੇ 3 ਲੋਕਾਂ ਦਾ ਸਨਮਾਨ ਕਰੇਗੀ ਐਸਜੀਪੀਸੀ। ਧਰਮ ਅਰਥ ਫੰਡ 'ਚੋਂ ਦੇਵੇਗੀ 1 ਲੱਖ। ਸਾਲ 2016 'ਚ ਪਿੰਡ ਰਾਮ ਦਿਵਾਲੀ 'ਚ ਹੋਈ ਸੀ ਬੇਅਦਬੀ ਦੀ ਘਟਨਾ। ਜੰਗਲਾਤ ਘੁਟਾਲੇ ਦੇ ਵਿੱਚ ਕਈ ਹੋਰ ਅਫਸਰਾਂ ਤੇ ਕੱਸ ਸਕਦਾ ਹੈ ਸ਼ਿਕੰਜਾ। ਚੋਣਾਂ ਤੋਂ ਠੀਕ ਪਹਿਲਾਂ ਟ੍ਰਾਂਸਫਰ ਹੋਏ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ। ਸੂਤਰਾਂ ਮੁਤਾਬਕ ਲੱਖਾਂ ਰੁਪਏ ਲੈ ਕੇ ਦਿੱਤੀ ਗਈ ਸੀ ਮਨਚਾਹੀ ਪੋਸਟਿੰਗ। ਆਪ ਵਿਧਾਇਕ ਪਠਾਨ ਮਾਜਰਾ ਦਾ ਵੱਡਾ ਦਾਅਵਾ, ਕਿਹਾ ਦਿੱਲੀ ਤੋਂ ਬੀਜੇਪੀ ਦੇ ਬੰਦੇ ਨੇ ਫੋਨ ਕਰਕੇ ਦਿੱਤੀ 100 ਕਰੋੜ ਦੀ ਆਫਰ। ਬੀਜੇਪੀ ਬੋਲੀ, ਪਠਾਨ ਮਾਜਰਾ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾਵੇ ਪੁੱਛਗਿੱਛ। ਅੰਮ੍ਰਿਤਸਰ 'ਚ ਨਸ਼ੇ ਦੇ ਮੱਕੜ ਜਾਲ 'ਚ ਫਸ ਰਹੀ ਜਵਾਨੀ, ਰੋਜ਼ਾਨਾ ਸਾਹਮਣੇ ਆ ਰਹੀਆਂ ਤਸਵੀਰਾਂ। ਹੁਣ ਛੇਹਟਾ ਤੋਂ ਸ਼ਰੇਆਮ ਨਸ਼ੇ ਦਾ ਇੰਜੈਕਸ਼ਨ ਲਗਾਉਣ ਦੀ ਆਈ ਵੀਡੀਓ। ਅੰਮ੍ਰਿਤਸਰ 'ਚ ਨਸ਼ਾ ਲੈਣ ਆਏ 2 ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਘੇਰਿਆ, ਹੱਥ ਬੰਨ੍ਹ ਕੇ ਬੁਰੀ ਤਰ੍ਹਾਂ ਕੀਤੀ ਕੁੱਟਮਾਰ। ਨੌਜਵਾਨ ਕਰਦੇ ਰਹੇ ਮਿੰਨਤਾਂ। ਜਲਾਲਾਬਾਦ 'ਚ ਅੱਧੀ ਰਾਤ ਨੂੰ ਰੇਡ ਕਰਨ ਗਈ ਮਾਈਨਿੰਗ ਵਿਭਾਗ ਦੀ ਟੀਮ ਤੇ ਹਮਲਾ, ਜੇਈ ਸਮੇਤ 2 ਕਰਮਚਾਰੀ ਹੋਏ ਜ਼ਖਮੀ। ਸਰਕਾਰੀ ਗੱਡੀ ਦੀ ਵੀ ਕੀਤੀ ਭੰਨਤੋੜ, ਪੁਲਿਸ ਨੇ ਦਰਜ ਕੀਤਾ ਇਰਾਦਾ ਕਤਲ ਦਾ ਮਾਮਲਾ। ਬੰਬੀਹਾ ਗੈਂਗ ਦੀ ਆਨਲਾਈਨ ਭਰਤੀ ਦੀ ਪੋਸਟ ਪਾਉਣ ਵਾਲਾ ਨਿਕਲਿਆ ਮੂਸੇਵਾਲਾ ਦਾ ਫੈਨ। ਸਦਮੇ 'ਚ ਪਾਈ ਸੀ ਸੋਸ਼ਲ ਮੀਡੀਆ ਪੋਸਟ, ਪੁਲਿਸ ਨੇ ਗ੍ਰਿਫਤਾਰ ਕਰਕੇ ਫੋਨ ਵੀ ਕੀਤਾ ਬਰਾਮਦ। ਪਟਿਆਲਾ ਪੁਲਿਸ ਨੇ ਗੈਂਗਸਟਰ ਐਸਕੇ ਖਰੋੜ ਦੇ 3 ਸਾਥੀ ਕੀਤੇ ਕਾਬੂ। ਕਈ ਮਾਮਲਿਆਂ 'ਚ ਸਨ ਵਾਂਟਡ। ਪਹਿਲਾਂ ਵੀ ਖਰੋੜ ਦੇ 3 ਗੁਰਗੇ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ। ਪੱਟੀ 'ਚ 2 ਨੌਜਵਾਨਾਂ ਦਾ ਭੇਤਭਰੇ ਹਾਲਾਤ ਦੇ ਵਿੱਚ ਕਤਲ। ਰਿਸ਼ਤੇਦਾਰੀ 'ਚ ਗਏ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ। ਵਾਰਦਾਤ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ। ਦੇਸ਼ ਭਰ 'ਚ ਤਾਬੜਤੋੜ ਛਾਪੇਮਾਰੀ ਤੋਂ ਬਾਅਦ ਪੀਐਫਆਈ ਤੇ ਐਕਸ਼ਨ। ਗ੍ਰਹਿ ਮੰਤਰਾਲੇ ਨੇ 5 ਸਾਲ ਦਾ ਲਾਇਆ ਬੈਨ। ਟੈਰਰ ਲਿੰਕ ਦੇ ਸਬੂਤ ਮਿਲਣ ਤੋਂ ਬਾਅਦ ਲਿਆ ਫੈਸਲਾ। ਅੱਜ ਤੋਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਜਾਣਿਆ ਜਾਏਗਾ ਚੰਡੀਗੜ੍ਹ 에ਅਰਪੋਰਟ। ਨਾਮਕਰਨ ਸਮਾਗਮ 'ਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਹੋਣਗੇ ਸ਼ਾਮਲ। ਸੀਐਮ ਭਗਵੰਤ ਮਾਨ ਵੀ ਰਹਿਣਗੇ ਮੌਜੂਦ। ਜਨਮ ਦਿਹਾੜੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਨਮਨ ਕਰ ਰਿਹਾ ਦੇਸ਼। ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਰੱਖੇ ਗਏ ਸਮਾਗਮ। ਖਟਕੜ ਕਲਾਂ ਤੇ ਹੁਸੈਨੀਵਾਲਾ ਜਾਣਗੇ ਸੀਐਮ ਮਾਨ। सत श्री अकाल, मैं हरदीप संधू। न्यूज़ 18 पंजाब देख रहे दर्शकों का स्वागत है। शुरुआत करते हैं वड्डी खबर दे नाल। साबका मुख मंत्री चरणजीत चन्नी ने सीएम भगवंत मान नूं जवाब दिता है, रिप्लाई दिता है। न्यूज़ 18 दे नाल गलबात करते हुए क्या है कि 24 घंटे फोन मुहैया है, जदों चाहे कॉल कर लवो। सीएम भगवंत मान नूं जवाब दिता है। न्यूज़ 18 दे नाल फोन ते गलबात करते हैं। साबका मुख मंत्री चरणजीत चन्नी ने कहा कि 24 घंटे फोन मुहैया है, 24 घंटे फोन खुला है, जदों मर्जी कॉल कर लवो। हर सवाल का जवाब देने लई तैयार हां। सरकार जदों चाहे संपर्क कर सकती है। सरकार या सीएम दे वल्लों कोई सुनेहा नहीं मिलिया। यह भी चरणजीत चन्नी ने कहा कि किसी फाइल की अजे तक मेरे तो जानकारी नहीं मंगी गई। फिलहाल विदेश च होण बारे चन्नी ने कहा कि विदेश च फोटोफोबिया का इलाज करवा रहे हैं। विदेश दे विच PhD की थीसिस पूरी कर रहे हैं। जदों भगवंत मान मुख मंत्री बने तो मैं अद्धा घंटा नाल बैठ के बधाई दी सी। उस वेले मेरे तो कुछ नहीं पूछा। दरअसल कल सीएम भगवंत मान ने विधान सभा दे विच कहा सी कि चन्नी कित्थे ने, कई फाइलों नूं लैके गल करनी है। सरकार जांदियां ही चन्नी साहब भज क्यों गए। तो हुण साबका मुख मंत्री चरणजीत चन्नी ने जवाब दिता है। क्या है कि हर वेले फोन ते उपलब्ध आ, हर वेले फोन 24 घंटे फोन खुला है, जदों मर्जी कॉल कर लैण। किसी भी फाइल बारे गल करनी है गल कर लैण। मैनू सरकार दे वल्लों कोई भी मैसेज, कोई भी सवाल नहीं पूछा गया। उन्होंने कहा कि फोटोफोबिया का इलाज करवा रहे हैं विदेश दे विच। फिलहाल विदेश च ने इस वक्त साबका मुख मंत्री चरणजीत चन्नी ते उन्हां दा कहना है कि सरकार जदों चाहे संपर्क कर सकती है। हर सवाल का जवाब देण दे लई तैयार हां। कल विधान सभा के सैशन दे विच मुख मंत्री भगवंत मान ने सवाल किया सी कि चन्नी कित्थे ने। सरकार जांदियां चन्नी साहब क्यों भज गए, विदेश क्यों भज गए, सवाल पूछा सी ते नाल ही कहा सी कि कई सारियां फाइलां ने जिन्हां नूं लैके गल करनी है चन्नी दे नाल। तां हुण चरणजीत चन्नी दा जवाब आया है ते क्या है कि हर सवाल दा जवाब देण लई तैयार हां। फोन 24 घंटे उपलब्ध है। सरकार जदों चाहे संपर्क कर सकती है। न्यूज़ 18 ते चरणजीत चन्नी ने भगवंत मान नूं जवाब दिता है ते नाल ही यह भी कहा कि अजे तक मेरे तो कोई सवाल नहीं किया गया।
ਸਰਕਾਰ ਦੇ ਵੱਲੋਂ ਮੇਰੇ ਤੋਂ ਕੋਈ ਜਾਣਕਾਰੀ ਨਹੀਂ ਮੰਗੀ ਗਈ। ਨਾਲ ਹੀ ਉਹਨਾਂ ਨੇ ਕਿਹਾ ਕਿ ਵਿਦੇਸ਼ ਦੇ ਵਿੱਚ ਫੋਟੋਫੋਬੀਆ ਦਾ ਇਲਾਜ ਕਰਵਾ ਰਿਹਾ ਹਾਂ ਤੇ PhD ਦਾ ਥੀਸਿਸ ਪੂਰਾ ਕਰ ਰਿਹਾ। ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮਾਨ CM ਬਣੇ ਸੀ ਤਾਂ ਮੈਂ ਅੱਧਾ ਘੰਟਾ ਨਾਲ ਬੈਠਾ ਸੀ, ਮੈਨੂੰ ਕੁਝ ਨਹੀਂ ਪੁੱਛਿਆ ਗਿਆ ਤੇ ਹੁਣ ਵੀ ਸਰਕਾਰ ਦੇ ਵੱਲੋਂ ਕੋਈ ਸੁਨੇਹਾ ਮੈਨੂੰ ਨਹੀਂ ਆਇਆ। ਇਹ ਚਰਨਜੀਤ ਚੰਨੀ ਨੇ ਕਿਹਾ ਕਿ ਮੈਨੂੰ ਕੋਈ ਸੁਨੇਹਾ ਨਹੀਂ ਮਿਲਿਆ, ਨਾ ਹੀ ਕਿਸੇ ਫਾਈਲ ਦੇ ਬਾਰੇ ਕੋਈ ਸਵਾਲ ਕੀਤਾ ਗਿਆ ਹੈ। ਸਰਕਾਰ ਜਦੋਂ ਮਰਜ਼ੀ ਸੰਪਰਕ ਕਰ ਸਕਦੀ ਹੈ, ਜਦੋਂ ਮਰਜ਼ੀ ਫੋਨ ਕਰਕੇ ਜਾਣਕਾਰੀ ਮੰਗ ਸਕਦੇ ਨੇ। ਵਿਦੇਸ਼ ਦੇ ਵਿੱਚ ਇਲਾਜ ਕਰਾ ਰਹੇ ਨੇ ਚਰਨਜੀਤ ਚੰਨੀ, ਇਹ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤੇ ਇਸ ਵੇਲੇ ਸਾਡੇ ਡਿਪਟੀ ਨਿਊਜ਼ ਐਡੀਟਰ ਵਿਜੇਪਾਲ ਬਰਾੜ ਜੁੜ ਚੁੱਕੇ ਨੇ। ਵਿਜੇ, ਕੀ ਕੁਝ ਤੁਹਾਡੀ ਗੱਲਬਾਤ ਹੋਈ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ? ਦੇਖੋ ਅਰਸ਼ਦੀਪ, ਦੋ ਤਿੰਨ ਗੱਲਾਂ ਨੇ। ਇੱਕ ਤੇ ਜਦੋਂ ਕੱਲ CM ਭਗਵੰਤ ਮਾਨ ਨੇ ਇਹ ਗੱਲ ਕਹੀ ਆ, ਉਹਨਾਂ ਦੀ ਚਰਚਾ ਕੀਤੀ, ਤਾਂ ਉਸ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕੀਤੀ ਚਰਨਜੀਤ ਚੰਨੀ ਹੋਰਾਂ ਦੇ ਨਾਲ ਗੱਲ ਕਰਨ ਦੀ। ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਉਹਨਾਂ ਦਾ ਫੋਨ ਖੁੱਲ੍ਹਾ ਹੈ ਔਰ ਉਹਨਾਂ ਨੇ ਸਾਡੀ ਕਾਲ ਅਟੈਂਡ ਵੀ ਕੀਤੀ, ਸਾਡੇ ਨਾਲ ਗੱਲਬਾਤ ਵੀ ਕੀਤੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਹਲੇ ਮੀਡੀਆ ਸਾਹਮਣੇ ਆ ਕੇ ਕੋਈ ਇੰਟਰਵਿਊ ਨਹੀਂ ਦੇਣੀ ਚਾਹੁੰਦਾ, ਪਰ ਉਹਨਾਂ ਨੇ ਕਿਹਾ ਕਿ ਨਿਊਜ਼ 18 ਨੇ ਜਦੋਂ ਵੀ ਮੈਨੂੰ ਅਪਰੋਚ ਕੀਤਾ ਮੈਂ ਹਮੇਸ਼ਾ ਉਸ ਦਾ ਰਿਸਪੌਂਡ ਕੀਤਾ ਹੈ, ਰਿਸਪੌਂਡ ਕਰਦਾ ਵੀ ਹਾਂ। ਔਰ ਅੱਜ ਵੀ ਉਹ ਕਹਿੰਦੇ ਕਿ ਮੈਂ ਤੁਹਾਡਾ ਫੋਨ ਦੇਖ ਕੇ, ਨੰਬਰ ਦੇਖ ਕੇ ਤੁਰੰਤ ਅਟੈਂਡ ਕੀਤਾ ਔਰ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਗੱਲਾਂ ਬਾਤਾਂ ਦੇ ਜਵਾਬ ਦਿੱਤੇ ਨੇ। 3 4 5 ਗੱਲਾਂ ਬਾਤਾਂ ਨੇ ਜਿਹੜੀਆਂ ਸਾਡੀ ਉਹਨਾਂ ਦੇ ਨਾਲ ਹੋਈ ਹੈ ਔਰ ਇੱਕ ਇੱਕ ਚੀਜ਼ ਦਾ ਉਹਨਾਂ ਨੇ ਜਵਾਬ ਦਿੱਤਾ ਹੈ। ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾ ਸਵਾਲ ਇਹ ਪੁੱਛਿਆ ਸੀ ਅਰਸ਼ਦੀਪ ਕਿ ਤੁਸੀਂ ਹੋ ਕਿੱਥੇ, ਤੁਸੀਂ ਕਿਉਂ ਚਲੇ ਗਏ, ਬਾਹਰ ਕਿਉਂ ਚਲੇ ਗਏ? ਚਾਹੇ ਸੱਤਾਧਾਰੀ ਪਾਰਟੀ ਹੋਵੇ ਚਾਹੇ ਵਿਰੋਧੀ ਪਾਰਟੀਆਂ ਹੋਣ, ਉਹ ਅਕਸਰ ਜ਼ਿਕਰ ਕਰਦੀਆਂ ਨੇ ਆਪਣੀਆਂ ਇੰਟਰਵਿਊਜ਼ ਦੇ ਵਿੱਚ। ਜਾਂ ਕੱਲ ਸਿੱਧਾ CM ਭਗਵੰਤ ਮਾਨ ਨੇ ਪੁੱਛਿਆ ਵੀ ਚੰਨੀ ਕਿੱਥੇ ਨੇ, ਪਿਛਲੇ ਦਿਨੀ ਵਿਕਰਮ ਮਜੀਠੀਆ ਪੁੱਛ ਰਹੇ ਸੀ ਚੰਨੀ ਕਿੱਥੇ ਨੇ, ਜਾਂ ਹੋਰ ਲੀਡਰ ਪੁੱਛਦੇ ਨੇ। ਤਾਂ ਅਸੀਂ ਆਖਿਆ ਵੀ ਪਹਿਲਾਂ ਸਾਡਾ ਸਵਾਲ ਇਹੀ ਹੈ ਕਿ ਤੁਸੀਂ ਹੋ ਕਿੱਥੇ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਉਹ ਅਮਰੀਕਾ ਦੇ ਵਿੱਚ ਨੇ ਔਰ ਅਮਰੀਕਾ ਦੇ ਵਿੱਚ ਉਹ ਇਲਾਜ ਕਰਵਾ ਰਹੇ ਨੇ ਆਪਣੀਆਂ ਅੱਖਾਂ ਦਾ। ਉਹਨਾਂ ਨੇ ਦਰਅਸਲ ਜਦੋਂ ਉਹ 111 ਦਿਨ ਉਹ CM ਰਹੇ ਸੀ ਤਾਂ ਉਸ ਵੇਲੇ ਅਰਸ਼ਦੀਪ ਇਹ ਸਭ ਨੇ ਦੇਖਿਆ ਵੀ ਸੀ ਕਿ ਚਰਨਜੀਤ ਚੰਨੀ ਦੇਰ ਰਾਤ ਤੱਕ ਜਾਗਦੇ ਰਹਿੰਦੇ ਸੀ, ਲੋਕਾਂ ਨੂੰ ਮਿਲਦੇ ਰਹਿੰਦੇ ਸੀ ਔਰ ਇਸ ਕਰਕੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨੀਂਦਰਾ ਜਿਹੜਾ ਉਹ ਸਾਫ਼ ਦਿਖਦਾ ਸੀ। ਉਸ ਵੇਲੇ ਵੀ ਉਸ ਟਾਈਮ ਦੀਆਂ ਵੀਡੀਓਜ਼, ਉਸ ਟਾਈਮ ਦੀਆਂ ਤਸਵੀਰਾਂ ਕੱਢ ਕੇ ਵੀ ਦੇਖਿਆ ਜਾ ਸਕਦਾ ਹੈ। ਤਾਂ ਉਹਨਾਂ ਨੇ ਕਿਹਾ ਕਿ ਉਹ ਨੀਂਦਰੇ ਦੀ ਵਜ੍ਹਾ ਨਾਲ ਮੈਨੂੰ ਫੋਟੋਫੋਬੀਆ ਦੀ ਬਿਮਾਰੀ ਹੋ ਗਈ ਸੀ, ਫੋਟੋਫੋਬੀਆ ਹੋ ਗਈ ਔਰ ਉਹ ਮੇਰੀ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਟ੍ਰੀਟਮੈਂਟ ਚੱਲਦਾ ਹੈ, ਮੈਡੀਸਨ ਚੱਲਦੀ ਹੈ ਔਰ ਡਾਕਟਰਾਂ ਨੂੰ ਚੈੱਕਅਪ ਕਰਾਉਣਾ ਪੈਂਦਾ ਔਰ ਮੈਂ ਡੇਲੀ ਉਹ ਜਿਹੜੀ ਦਵਾਈ ਹੈ ਉਹ ਲੈ ਰਿਹਾ, ਉਹ ਪਾ ਰਿਹਾ ਆਪਣੀਆਂ ਅੱਖਾਂ 'ਚ ਔਰ ਉਸ ਨਾਲ ਹੌਲੀ ਹੌਲੀ ਰਿਕਵਰੀ ਹੋ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਥੋੜੇ ਦਿਨਾਂ ਤੱਕ ਜਦੋਂ ਇਹ ਰਿਕਵਰੀ ਹੋਊਗੀ ਪੂਰੀ ਤਰ੍ਹਾਂ ਤਾਂ ਫਿਰ ਮੈਂ ਵਾਪਸ ਆਵਾਂਗਾ ਔਰ ਵਾਪਸ ਆ ਕੇ ਉਹਨਾਂ ਨੇ ਕਿਹਾ ਕਿ ਮੈਂ ਹਰ ਇੱਕ ਗੱਲ ਦਾ ਜਵਾਬ ਵੀ ਦੇਵਾਂਗਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਦੂਜੀ ਗੱਲ ਅਰਸ਼ਦੀਪ ਇੱਕ ਹੋਰ ਜਿਹੜੀ ਉਹਨਾਂ ਨੇ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਜਿਸ ਵੇਲੇ CM ਭਗਵੰਤ ਮਾਨ ਜਿੱਤੇ ਸੀ, ਜਿਸ ਦਿਨ ਰਿਜ਼ਲਟ ਆਇਆ ਸੀ ਉਹ CM ਬਣੇ ਹੈ, ਤਾਂ ਉਹ ਕਹਿੰਦੇ ਮੈਂ ਬਤੌਰ ਸਾਬਕਾ CM ਮੈਂ ਉਹਨਾਂ ਨੂੰ ਮਿਲਣ ਗਿਆ ਔਰ ਅੱਧਾ ਘੰਟਾ 1 to 1 ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਹੋਈ ਹੈ, ਉਹਨਾਂ ਨੂੰ ਵਧਾਈ ਦਿੱਤੀ ਹੈ ਔਰ ਵਧਾਈ ਦੇਣ ਤੋਂ ਬਾਅਦ ਉਹ ਕਹਿੰਦੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਵੀ ਤੁਸੀਂ ਕਿਸੇ ਵੀ ਚੀਜ਼ ਬਾਰੇ ਕੋਈ ਮੇਰੇ ਨਾਲ ਰਾਬਤਾ ਕਰਨਾ ਹੋਵੇ, ਕੁਝ ਵੀ ਪੁੱਛਣਾ ਹੋਵੇ ਤਾਂ ਮੈਂ 24 ਘੰਟੇ ਅਵੇਲੇਬਲ ਹੈ ਔਰ ਮੇਰਾ ਫੋਨ ਖੁੱਲ੍ਹਾ ਹੈ, ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਉਹਨਾਂ ਨੇ ਕਿਹਾ ਕਿ ਮੇਰੇ ਨਾਲ ਅੱਜ ਤੱਕ ਕਿਸੇ ਨੇ ਰਾਬਤਾ ਨਹੀਂ ਕੀਤਾ ਔਰ ਜਦੋਂ ਵੀ ਕੋਈ ਮੇਰੇ ਨਾਲ ਰਾਬਤਾ ਕਰਨਗੇ ਜੋ ਵੀ ਚੀਜ਼ ਉਹਨਾਂ ਨੇ ਪੁੱਛਣੀ ਹੈ ਮੈਂ ਅਵੇਲੇਬਲ ਹੈ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਤੁਸੀਂ ਨਿਊਜ਼ 18 ਨੇ ਮੇਰੇ ਨਾਲ ਰਾਬਤਾ ਕੀਤਾ ਤਾਂ ਮੈਂ ਤੁਰੰਤ ਤੁਹਾਡਾ ਫੋਨ ਅਟੈਂਡ ਕੀਤਾ ਔਰ ਤੁਹਾਡੇ ਨਾਲ ਸਾਰੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕੀਤੀ ਹੈ। ਤਾਂ ਇਹ ਗੱਲ ਉਹਨਾਂ ਵੱਲੋਂ ਵਾਰ-ਵਾਰ ਜ਼ੋਰ ਦੇ ਕੇ ਕਹੀ ਜਾਂਦੀ ਹੈ। ਇਹ ਪਹਿਲਾਂ ਵੀ ਅਰਸ਼ਦੀਪ ਜਦੋਂ ਚੰਨੀ CM ਬਣੇ ਸੀ ਉਸ ਵੇਲੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਅੱਧੀ ਰਾਤ ਤੱਕ ਜਾਗਦਾ ਰਹਿਣਾ ਔਰ ਹਰ ਕਿਸੇ ਦਾ ਫੋਨ ਅਟੈਂਡ ਕਰਨਾ। ਤਾਂ ਅਸੀਂ ਉਸ ਵੇਲੇ ਵੀ ਇਸੇ ਤਰੀਕੇ ਨਾਲ ਜਦੋਂ ਕਾਲ ਕੀਤੀ ਸੀ ਤਾਂ ਉਹਨਾਂ ਨੇ ਰਾਤ ਨੂੰ 2-2:30 ਵਜੇ ਫੋਨ ਅਟੈਂਡ ਕੀਤਾ ਔਰ ਫਿਰ ਉਸ ਵੇਲੇ ਉਹਨਾਂ ਨੇ ਸਾਰੀ ਗੱਲ ਦਾ ਜਵਾਬ ਦਿੱਤਾ ਸੀ। ਸੋ ਅੱਜ ਫਿਰ ਕਰੀਬ ਅੱਜ ਉਸ ਗੱਲ ਨੂੰ 1 ਸਾਲ ਹੋ ਚੁੱਕਿਆ ਹੈ। ਉਹ ਵੀ ਗੱਲ ਉਸ ਵੇਲੇ 27-28 ਸਤੰਬਰ ਦੀ ਸੀ ਤੇ ਅੱਜ ਵੀ 28 ਸਤੰਬਰ ਹੈ। ਤਾਂ ਅਸੀਂ ਦੁਬਾਰਾ ਜਦੋਂ ਟਰਾਈ ਕੀਤਾ ਤਾਂ ਉਹਨਾਂ ਨੇ ਫਿਰ ਕਿਹਾ ਕਿ ਮੈਂ ਇਸ ਵੇਲੇ ਵੀ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪ੍ਰੋਫੈਸਰਾਂ ਦੇ ਕੋਲ ਬੈਠਾ, ਉੱਥੇ 2 ਪ੍ਰੋਫੈਸਰ ਨੇ ਜਿਨ੍ਹਾਂ ਦੇ ਨਾਲ ਬੈਠ ਕੇ ਉਹ ਆਪਣੇ ਥੀਸਿਸ PhD ਦੇ ਕੰਪਲੀਟ ਕਰ ਰਹੇ ਨੇ, ਕਿਉਂਕਿ ਜਿਸ ਵੇਲੇ ਉਹ PhD ਪਰਸਿਊਇੰਗ ਸੀ ਕਰ ਰਹੇ ਸੀਗੇ ਉਸ ਵੇਲੇ ਉਹਨਾਂ ਨੂੰ ਇੱਕਦਮ CM ਬਣਾ ਦਿੱਤਾ ਗਿਆ ਤਾਂ ਫਿਰ ਉਹਨਾਂ ਦੇ ਜਿਹੜੇ ਥੀਸਿਸ ਸੀਗੇ ਉਹ ਵਿੱਚ ਲਟਕ ਗਏ ਸੀ। ਤਾਂ ਉਹਨਾਂ ਨੇ ਕਿਹਾ ਕਿ ਮੈਂ ਹੁਣ ਕਿਉਂਕਿ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਰਿਹਾ, ਮੇਰੇ ਕੋਲੇ ਸਮਾਂ ਸੀ
ਤਾਂ ਮੈਂ ਇਸ ਕਰਕੇ ਇੱਥੇ ਦੋ ਪ੍ਰੋਫੈਸਰ ਨੇ ਜਿਹੜੇ ਮੇਰੇ ਨਾਲ ਮੇਰੇ ਥੀਸਿਸ ਕੰਪਲੀਟ ਕਰਵਾ ਰਹੇ ਨੇ ਕਾਂਗਰਸ ਪਾਰਟੀ ਦੇ ਉੱਪਰ, ਜਿਹੜੇ ਉਹ ਕਾਂਗਰਸ ਪਾਰਟੀ ਕਿਵੇਂ ਹੋਣ ਦੇ ਵਿੱਚ ਆਈ ਔਰ ਕਿਵੇਂ ਉਸਨੇ ਅੱਗੇ ਦੇਸ਼ ਦੇ ਵਿੱਚ ਆਪਣਾ ਜਨ ਆਧਾਰ ਵਧਾਇਆ, ਇਸ ਤੇ ਚਰਨਜੀਤ ਚੰਨੀ ਆਪਣੇ ਥੀਸਿਸ ਲਿਖ ਰਹੇ ਨੇ। PhD ਦਾ ਜਿਹੜਾ ਉਹਨਾਂ ਦਾ ਥੀਸਿਸ ਹੈ, ਸੋ ਉਹਨਾਂ ਨੇ ਕਿਹਾ ਕਿ ਮੈਂ ਉਹ ਕੰਪਲੀਟ ਕਰ ਰਿਹਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਬਹੁਤ ਜਲਦੀ ਵਾਪਸ ਆਊਂਗਾ ਤੇ ਜਿਹੜੀਆਂ ਵੀ ਸਾਰੀਆਂ ਗੱਲਾਂ ਬਾਤਾਂ ਨੇ, ਜੋ ਵੀ ਸਰਕਾਰ ਕੁਝ ਪੁੱਛਣਾ ਚਾਹੁੰਦੀ ਹੈ, ਫੋਨ ਤੇ ਉਹਨਾਂ ਨੇ ਕਿਹਾ ਕਿ ਮੈਂ 24 ਘੰਟੇ ਅਵੇਲੇਬਲ ਹੈ ਤੇ ਵਾਪਸ ਜਦੋਂ ਆਊਂਗਾ ਉਦੋਂ ਵੀ ਕੋਈ ਵੀ ਗੱਲਬਾਤ ਉਹ ਕਰ ਸਕਦੇ ਹੈ। ਸਰਕਾਰ ਦੇ ਵੱਲੋਂ ਯਾਨੀ ਕਿ ਕੋਈ ਸੰਪਰਕ ਨਹੀਂ ਕੀਤਾ ਗਿਆ, ਜੋ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਸੀ ਕਿ ਕਈ ਫਾਈਲਾਂ ਤੇ ਚਰਚਾ ਕਰਨੀ ਹੈ, ਤਾਂ ਉਹਨਾਂ ਨੂੰ ਇਸ ਬਾਰੇ ਕੋਈ ਸੰਪਰਕ ਹੁਣ ਤੱਕ ਨਹੀਂ ਕੀਤਾ ਗਿਆ। ਨਹੀਂ, ਮਤਲਬ ਚਰਨਜੀਤ ਚੰਨੀ ਹੋਰਾਂ ਦੇ ਕਹਿਣ ਦੇ ਮੁਤਾਬਕ ਅਰਸ਼ਦੀਪ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਸੰਪਰਕ ਕੀਤਾ, ਮੈਂ ਤੁਰੰਤ ਤੁਹਾਡੀ ਗੱਲ ਦਾ ਜਵਾਬ ਦਿੱਤਾ। ਨਿਊਜ਼ 18 ਦਾ ਉਹ ਵਾਰ-ਵਾਰ ਜ਼ਿਕਰ ਕਰਦੇ ਰਹੇ ਹੈ। ਉਹ ਕਹਿੰਦੇ ਮੈਨੂੰ ਪਹਿਲਾਂ ਵੀ ਜਦੋਂ ਕਦੇ ਵੀ ਨਿਊਜ਼ 18 ਨੇ ਅਪਰੋਚ ਕੀਤਾ ਸੀ, ਮੈਂ ਅੱਜ ਤੱਕ ਕਦੇ ਐਸਾ ਇੰਸਟੈਂਸ ਨਹੀਂ ਹੋਇਆ ਕਿ ਉਹਨਾਂ ਨੇ ਫੋਨ ਨਾ ਅਟੈਂਡ ਕੀਤਾ ਹੋਵੇ ਜਾਂ ਉਹਨਾਂ ਦੀ ਟੀਮ ਨੇ ਰਿਪਲਾਈ ਨਾ ਕੀਤਾ ਹੋਵੇ। ਤਾਂ ਅੱਜ ਉਹ ਫੇਰ ਇਹ ਗੱਲ ਵਾਰ-ਵਾਰ ਜ਼ੋਰ ਦੇ ਕੇ ਕਹਿ ਰਹੇ ਹੈ, ਜਦੋਂ ਹੀ ਅਸੀਂ ਕਾਲ ਕੀਤੀ ਹੈ ਦੂਸਰੀ ਤੀਸਰੀ ਬੈਲ ਤੇ ਉਹਨਾਂ ਨੇ ਫੋਨ ਅਟੈਂਡ ਕੀਤਾ ਤੇ ਉਹ ਇਹ ਕਹਿ ਰਹੇ ਹੈ ਕਿ ਜੇ ਨਿਊਜ਼ 18 ਨੇ ਮੈਨੂੰ ਜਦੋਂ ਵੀ ਕਦੇ ਕਾਲ ਕੀਤੀ ਹੈ ਮੈਂ ਅਟੈਂਡ ਕਰਦਾ ਹੈ ਔਰ ਮੈਂ ਤੁਹਾਡੀ ਗੱਲ ਦਾ ਰਿਪਲਾਈ ਕਰ ਰਿਹਾ, ਤੁਹਾਨੂੰ ਜਵਾਬ ਦੇ ਰਿਹਾ, ਤੁਸੀਂ ਅੱਗੇ ਮੇਰੀ ਗੱਲ ਨੂੰ ਕਨਵੇ ਕਰ ਸਕਦੇ ਹੋ ਆਪਣੀ ਚੈਨਲ ਦੇ ਜ਼ਰੀਏ, ਆਪਣੀ ਨਿਊਜ਼ ਦੇ ਜ਼ਰੀਏ। ਤਾਂ ਉਹਨਾਂ ਨੇ ਕਿਹਾ ਕਿ ਫਿਰ ਜੇ ਮੈਨੂੰ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਵੀ ਜਾਂ ਖੁਦ ਜੇ CM ਭਗਵੰਤ ਮਾਨ ਕੰਟੈਕਟ ਕਰਨਗੇ ਤਾਂ ਮੈਂ ਕਿਉਂ ਰਿਪਲਾਈ ਨਹੀਂ ਕਰੂੰਗਾ, ਜੇਕਰ ਉਹ ਇੱਕ ਜਰਨਲਿਸਟ ਦੀ ਗੱਲ ਦਾ ਰਿਪਲਾਈ ਕਰ ਸਕਦੇ ਆ। ਸੋ ਇਹ ਗੱਲਾਂ ਚਰਨਜੀਤ ਚੰਨੀ ਹੋਰਾਂ ਵੱਲੋਂ ਵਾਰ-ਵਾਰ ਅਰਸ਼ਦੀਪ ਕਹੀਆਂ ਜਾ ਰਹੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਅਵੇਲੇਬਲ ਹੈ, ਮੈਂ ਕਿਤੇ ਭੱਜਿਆ ਨਹੀਂ, ਮੈਂ ਅਮਰੀਕਾ ਦੇ ਵਿੱਚ ਆਪਣਾ ਇਲਾਜ ਕਰਵਾ ਰਿਹਾ। ਫੋਟੋਫੋਬੀਆ ਦਾ ਉਹਨਾਂ ਨੇ ਜ਼ਿਕਰ ਕੀਤਾ, ਆਪਣੇ PhD ਦੇ ਥੀਸਿਸ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਮੈਂ ਮਿਲ ਕੇ ਆਇਆ ਸੀ CM ਭਗਵੰਤ ਮਾਨ ਨੂੰ, ਉਹਨਾਂ ਨੂੰ ਵਧਾਈ ਦੇ ਕੇ ਆਇਆ ਸੀ, ਅੱਧਾ ਘੰਟਾ ਉਹਨਾਂ ਨਾਲ 1 to 1 ਬੈਠ ਕੇ ਗੱਲਬਾਤ ਕੀਤੀ ਔਰ ਉਸ ਵੇਲੇ ਵੀ ਕਹਿ ਕੇ ਆਇਆ ਸੀ ਕਿ ਮੇਰੇ ਤੱਕ ਕੋਈ ਵੀ ਜ਼ਰੂਰਤ ਹੈ, ਤੁਸੀਂ ਕੁਝ ਵੀ ਪੁੱਛਣਾ ਦੱਸਣਾ ਹੋਵੇ ਕੰਟੈਕਟ ਕਰ ਸਕਦੇ ਹੋ। ਸੋ ਇਹ ਚੀਜ਼ਾਂ ਚਰਨਜੀਤ ਚੰਨੀ ਦੀ ਇੱਕ ਸ਼ਖਸੀਅਤ ਦਾ ਪਾਰਟ ਨੇ ਅਰਸ਼ਦੀਪ, ਕਿਉਂਕਿ ਅਸੀਂ ਬੀਇੰਗ ਜਰਨਲਿਸਟ ਜਿੰਨਾ ਕੁ ਉਹਨਾਂ ਦੇ ਨਾਲ ਵਰਤੇ ਹੈ, ਉਹਨਾਂ ਦੇ ਨਾਲ ਬਤੌਰ ਜਰਨਲਿਸਟ ਜੇ ਕਦੇ ਵੀ ਉਹਨਾਂ ਨੂੰ ਅਪਰੋਚ ਕੀਤਾ ਤਾਂ ਉਹ ਅਵੇਲੇਬਲ ਤੇ ਹਮੇਸ਼ਾ ਹੁੰਦੇ ਆ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਪਿਛਲੇ ਦਿਨਾਂ ਤੋਂ ਕਿਉਂਕਿ ਚਰਚਾ ਇਹ ਬਹੁਤ ਜ਼ਿਆਦਾ ਰਹੀ ਹੈ ਕਿ ਚਰਨਜੀਤ ਚੰਨੀ ਕਿੱਥੇ ਚਲੇ ਗਏ, ਬਾਹਰ ਚਲੇ ਗਏ। ਪਹਿਲਾਂ ਉਹ ਕੈਨੇਡਾ ਸੀ, ਇਹ ਵੀ ਦੱਸ ਦਿੰਦੇ ਅਸੀਂ ਦਰਸ਼ਕਾਂ ਨੂੰ ਕਿ ਪਹਿਲਾਂ ਉਹ ਕੈਨੇਡਾ ਸੀ ਔਰ ਕੈਨੇਡਾ ਤੋਂ ਫਿਰ ਉਹ ਅਮਰੀਕਾ ਗਏ ਹੈ ਤੇ ਹੁਣ ਅਮਰੀਕਾ ਦੇ ਵਿੱਚ ਉਹ ਆਪਣਾ ਟ੍ਰੀਟਮੈਂਟ ਕਰਾ ਰਹੇ ਹੈ ਔਰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਵਾਪਸ ਆਊਂਗਾ ਔਰ ਵਾਪਸ ਆ ਕੇ ਮੈਂ ਦੁਬਾਰਾ ਤੋਂ ਆਪਣੇ ਜਿਹੜੇ ਕੰਮ ਹੈ, ਆਪਣਾ ਜਿਹੜਾ ਪੋਲਿਟਿਕਸ ਦੇ ਵਿੱਚ ਦੁਬਾਰਾ ਤੋਂ ਕਾਂਗਰਸ ਪਾਰਟੀ ਦੀ ਇਨਵੋਲਵ ਹੋਊਂਗਾ। ਔਰ ਇੱਕ ਚੀਜ਼ ਹੋਰ ਆਪਾਂ ਕਹਿ ਸਕਦੇ ਹਾਂ ਅਰਸ਼ਦੀਪ ਕੇ ਚਰਨਜੀਤ ਚੰਨੀ ਜਿਸ ਅਹੁਦੇ ਤੇ ਰਹਿ ਚੁੱਕੇ ਹੈ ਹੁਣ ਇਸ ਵੇਲੇ ਪੰਜਾਬ ਦੇ ਸਾਬਕਾ CM, ਉਹਨਾਂ ਦੀ ਇੰਪੋਰਟੈਂਸ ਵੀ ਉਸ ਅਹੁਦੇ ਕਰਕੇ ਕਾਫੀ ਜ਼ਿਆਦਾ ਵਧੀ ਹੈ ਪਿਛਲੇ ਸਮੇਂ ਦੇ ਵਿੱਚ। ਤਾਂ ਉਹਨਾਂ ਨੂੰ ਪੰਜਾਬ ਦੀ ਸਿਆਸਤ ਚੋਂ ਮਾਈਨਸ ਕਰਕੇ ਨਹੀਂ ਦੇਖਿਆ ਜਾ ਸਕਦਾ। ਚਰਨਜੀਤ ਚੰਨੀ ਜਦੋਂ ਵੀ ਵਾਪਸ ਆਉਣਗੇ, ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ, ਕੋਈ ਟਾਈਮ ਬਾਉਂਡ ਨਹੀਂ, ਉਹਨਾਂ ਨੇ ਕੋਈ ਡੇਟ ਨਹੀਂ ਦੱਸੀ, ਪਰ ਉਹਨਾਂ ਨੇ ਕਿਹਾ ਕਿ ਮੈਂ ਬੜੀ ਛੇਤੀ ਵਾਪਸ ਆ ਰਿਹਾ। ਤਾਂ ਉਹ ਜਦੋਂ ਵੀ ਵਾਪਸ ਆਉਂਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਕੱਦ ਹੈ ਉਹ ਬਣ ਚੁੱਕਿਆ ਹੈ। ਬੇਸ਼ੱਕ ਸਰਕਾਰ ਨਹੀਂ ਆਈ ਜਾਂ ਉਹਨਾਂ ਦੇ ਨਾਮ ਤੇ ਚੋਣ ਲੜੀ ਗਈ ਜਾਂ ਉਹ ਆਪਣੀਆਂ ਸੀਟਾਂ ਹਾਰ ਗਏ, ਉਹ ਇੱਕ ਵੱਖਰੀ ਇਕੁਏਸ਼ਨ ਬਣੀ ਹੈ, ਪਰ ਉਹਨਾਂ ਦੀ ਜਿਹੜੀ ਮੌਜੂਦਗੀ ਹੈ, ਉਹਨਾਂ ਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਮੈਟਰ ਕਰਦੀ ਹੈ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਨਹੀਂ ਕੀਤਾ, ਸਗੋਂ ਹੋਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵੱਲੋਂ ਵੀ ਸਵਾਲ ਕੀਤੇ ਗਏ ਨੇ, ਸਗੋਂ ਤੰਜ ਵੀ ਕੀਤੇ ਗਏ ਨੇ। ਜਿਸ ਤਰੀਕੇ ਦੇ ਨਾਲ ਤੁਸੀਂ ਵਿਕਰਮ ਮਜੀਠੀਆ ਦਾ ਜ਼ਿਕਰ ਕੀਤਾ, ਤਾਂ ਚਰਨਜੀਤ ਚੰਨੀ ਇਹ ਜੋ ਤੰਜ ਕੀਤੇ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਨੇ? ਕਿਉਂਕਿ ਜੇ 24 ਘੰਟੇ ਉਹ ਅਵੇਲੇਬਲ ਨੇ ਤਾਂ ਉਹ ਜ਼ਰੂਰ ਵਾਬਸਤਾ ਹੋਣਗੇ ਇੱਥੇ ਦੀਆਂ ਖਬਰਾਂ ਦੇ ਨਾਲ ਵੀ। ਬਿਲਕੁਲ ਉਹਨਾਂ ਨੇ ਕਹੀ ਹੈ ਅਰਸ਼ਦੀਪ ਇਹ ਗੱਲ ਸਾਰੀ ਕਿ ਮੈਂ ਸਾਰਾ ਦਿਨ, ਮੈਂ ਪੂਰੀ ਜਿੰਨੀਆਂ ਨਿਊਜ਼ 18 ਤੇ ਤੁਸੀਂ ਨਿਊਜ਼ ਦਿਖਾਉਣੇ ਹੋ, ਹਾਲਾਂਕਿ ਉਹ ਥੋੜੇ ਮਜ਼ਾਕੀਆ ਲਹਿਜੇ ਦੇ ਵਿੱਚ ਗੱਲਬਾਤ ਕਰ ਰਹੇ ਸੀ, ਪਰ ਉਹ ਕਹਿੰਦੇ ਕਿ ਮੈਂ ਸਾਰਾ ਦਿਨ ਜੋ ਤੁਸੀਂ ਬੋਲਦੇ ਹੋ, ਜੋ ਉਹਨਾਂ ਨੇ ਕਿਹਾ ਕਿ ਮੇਰੇ ਬਾਰੇ ਤੁਸੀਂ ਕਹਿੰਦੇ ਹੋ, ਜਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਨਹੀਂ ਕਹਿੰਦੇ, ਜੋ ਵਿਰੋਧੀ ਕਿਸੇ ਦਾ ਕੋਈ ਬਿਆਨ ਆਉਂਦਾ ਤਾਂ ਉਹ ਅੱਗੇ ਤੁਹਾਡੇ ਬਾਰੇ ਕੋਈ ਤੰਜ ਕੱਸ ਦਿੰਦੇ ਆ ਜਾਂ ਤੁਹਾਡੇ ਬਾਰੇ ਕੋਈ ਟਿੱਪਣੀ ਕਰ ਦਿੰਦੇ ਆ, ਤਾਂ ਅਸੀਂ ਬਤੌਰ ਨਿਊਜ਼ ਸਿਰਫ ਉਸ ਨੂੰ ਪ੍ਰੈਜ਼ੈਂਟ ਕਰਦੇ ਆ। ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਪੂਰਾ ਨਜ਼ਰ ਰੱਖਦਾ। ਉਹਨਾਂ ਨੇ ਕਈ ਖਬਰਾਂ ਦਾ, ਜਿਹੜੀਆਂ ਪੰਜਾਬ ਦੀਆਂ ਖਬਰਾਂ ਦਾ ਜ਼ਿਕਰ ਵੀ ਕੀਤਾ ਕਿ ਆਹ ਖਬਰਾਂ ਜਿਹੜੀਆਂ ਨੇ ਅੱਜ ਕੱਲ੍ਹ ਚਰਚਾ ਦੇ ਵਿੱਚ ਨੇ, ਤਾਂ ਉਹ ਕਹਿੰਦੇ ਮੈਂ ਨਿਊਜ਼ 18 ਦੇਖਦਾ ਔਰ ਜੋ ਖਬਰ ਤੁਹਾਡੀ ਮੇਰੇ ਕੋਲੇ ਪਹੁੰਚਦੀ ਹੈ
ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੇ ਡਿਜੀਟਲ ਪਲੇਟਫਾਰਮ ਨੇ ਨਿਊਜ਼ 18 ਦੇ ਫੇਸਬੁੱਕ ਜਾਂ YouTube, ਤਾਂ ਉਹ ਕਹਿੰਦੇ ਵੀ ਮੈਂ ਉਹਦੇ ਨਾਲ ਵਾਸਤਾ ਰਹਿਣਾ, ਇਨ ਟੱਚ ਰਹਿਣਾ, ਸਾਰਾ ਦਿਨ ਮੈਂ ਨਿਊਜ਼ ਦੇਖਦਾ ਔਰ ਮੈਂ ਰਿਐਕਟ ਨਹੀਂ ਕਰਦਾ ਕਿਸੇ ਤੇ ਵੀ। ਉਹ ਕਹਿੰਦੇ ਮੈਂ ਪਹਿਲਾਂ ਉਹ ਕਹਿੰਦੇ ਕਿ ਜੇ ਤੁਸੀਂ ਪਹਿਲਾਂ ਮੈਨੂੰ ਕੰਟੈਕਟ ਕਰਦੇ, ਜਿਸ ਵੇਲੇ ਪਹਿਲਾਂ ਇਹ ਕੋਈ ਤੰਜ ਭਰੇ ਲਹਿਜੇ ਦੇ ਵਿੱਚ ਮੇਰੇ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਸੀ, ਤਾਂ ਮੈਂ ਉਦੋਂ ਵੀ ਜਵਾਬ ਦੇਣ ਨੂੰ ਤਿਆਰ ਸੀ। ਪਰ ਹੁਣ ਕਿਉਂਕਿ ਸੀਐਮ ਭਗਵੰਤ ਮਾਨ ਨੇ ਕੱਲ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਇਹ ਚੀਜ਼ਾਂ ਬੋਲੀਆਂ ਨੇ ਖੜੇ ਹੋ ਕੇ, ਔਰ ਦਾਅਵੇ ਦੇ ਨਾਲ ਇਹ ਚੀਜ਼ਾਂ ਕਹੀਆਂ ਨੇ ਕਿ ਮੇਰੇ ਕੋਲੇ ਬਹੁਤ ਸਾਰੀਆਂ ਫਾਈਲਾਂ ਨੇ ਤੇ ਜਿਨ੍ਹਾਂ ਤੇ ਮੈਂ ਸਾਈਨ ਕੀਤੇ ਆ, ਤਾਂ ਉਹ ਕਹਿੰਦੇ ਮੈਂ ਜਿਹੜੀਆਂ ਫਾਈਲਾਂ ਤੇ ਸਾਈਨ ਕੀਤੇ ਆ ਮੈਂ ਕਿਤੇ ਭੱਜਦਾ ਨਹੀਂ, ਮੈਂ ਤੇ ਸਾਹਮਣੇ ਆ, ਜਿਹੜੀ ਚੀਜ਼ ਉਹ ਪੁੱਛਣਗੇ ਮੇਰੇ ਕੋਲੇ ਹਰ ਗੱਲ ਦਾ ਜਵਾਬ ਹੈ ਕਿ ਕਿਹੜੀ ਫਾਈਲ ਤੇ ਸਾਈਨ ਕਦੋਂ ਕੀਤੇ ਆ, ਕਿਉਂ ਕੀਤੇ ਆ, ਔਰ ਮੈਂ ਉਸ ਦਾ ਜਵਾਬ ਦੇਣ ਨੂੰ ਤਿਆਰ ਹੈ। ਸੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਅਰਸ਼ਦੀਪ, ਕਿ ਉਹ ਪੰਜਾਬ ਦੀ ਸਿਆਸਤ ਦੇ ਨਾਲ ਬਿਲਕੁਲ, ਉਹ ਪੰਜਾਬ ਦੀ ਸਿਆਸਤ ਦੇ ਨਾਲ ਵਾਸਤਾ ਨੇ, ਨਿਊਜ਼ ਦੇ ਨਾਲ ਵਾਸਤਾ ਨੇ, ਨਿਊਜ਼ 18 ਦੇਖਦੇ ਨੇ, ਕਿਹੜੀਆਂ ਖਬਰਾਂ ਉਹ ਕਹਿੰਦੇ ਕਿ ਟੀਵੀ ਤੇ ਚੱਲਦੀਆਂ ਨੇ, ਹੋਰ ਵੀ ਸੋਸ਼ਲ ਪਲੇਟਫਾਰਮ ਜਿਹੜੇ ਨੇ ਉਹ ਕਹਿੰਦੇ ਮੈਂ ਉਹਨਾਂ ਤੇ ਵੀ ਧਿਆਨ ਰੱਖਦਾ ਹਾਂ ਔਰ ਕਿੱਥੇ ਕਿਹੜੀ ਖਬਰ ਫਲੈਸ਼ ਹੋ ਰਹੀ ਹੈ। ਸੋ ਇਹਨਾਂ ਚੀਜ਼ਾਂ ਨਾਲ, ਕਿਉਂਕਿ ਉਹ ਆਪਣਾ ਥੀਸਿਸ ਲਿਖ ਰਹੇ ਨੇ, ਥੀਸਿਸ ਕਾਂਗਰਸ ਪਾਰਟੀ ਤੇ ਬੇਸਡ ਹੈ, ਸੋ ਐਸੇ ਵਿੱਚ ਸਿਆਸਤ ਦੇ ਨਾਲ ਤੇ ਜਿਹੜਾ ਸਿਆਸੀ ਬੰਦਾ ਹੁੰਦਾ ਹੈ ਅਰਸ਼ਦੀਪ, ਉਹ ਵਾਸਤਾ ਰਹਿੰਦਾ ਹੀ ਹੈ। ਔਰ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਵੀ ਜੇ ਉਹ ਇੱਕਦਮ ਬਾਹਰ ਚਲੇ ਗਏ, ਵਰਨਾ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਖਾਸ ਕਰਕੇ ਕਾਂਗਰਸ ਦੀ ਸਿਆਸਤ ਦੇ ਵਿੱਚ ਜੋ ਚੱਲ ਰਿਹਾ ਉਹਦੇ ਵਿੱਚੋਂ ਚੰਨੀ ਨੂੰ ਮੈਂ ਫੇਰ ਕਹਿ ਰਿਹਾ ਕਿ ਮਾਈਨਸ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਦੀ ਐਗਜ਼ਿਸਟੈਂਸ ਕਾਂਗਰਸ ਦੇ ਵਿੱਚ ਤੇ ਪੂਰੀ ਤਰ੍ਹਾਂ ਹੈਗੀ ਹੈ। ਜੀ ਵਿਜੇ, ਤੁਸੀਂ ਜੁੜੇ ਰਹਿਣਾ। ਇੱਕ ਵਾਰ ਅਸੀਂ ਦਰਸ਼ਕਾਂ ਨੂੰ ਸੁਣਾਉਂਦੇ ਹਾਂ ਕਿ ਕੱਲ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕੀ ਕੁਝ ਸੀ। ਅਸੀਂ ਆਏ 16 ਮਾਰਚ ਨੂੰ, ਅਸੀਂ ਸਹੁੰ ਚੁੱਕੀ। ਮੇਰੇ ਕੋਲੇ ਵੀ ਮੁੱਖ ਮੰਤਰੀ ਦੇ ਤੌਰ ਤੇ ਬਹੁਤ ਸਾਰੀਆਂ ਫਾਈਲਾਂ ਆਉਂਦੀਆਂ ਨੇ ਜਿਹੜੀਆਂ ਕੰਟਰੋਵਰਸ਼ੀਅਲ ਨੇ। ਲਾਸਟ ਦਿਨਾਂ ਦੇ ਵਿੱਚ ਉਹ ਫੈਸਲੇ ਕੀਤੇ ਹੋਏ ਨੇ, ਜਾਂਦੇ ਫੈਸਲੇ ਕੀਤੇ ਹੋਏ ਨੇ, ਕਈ ਤਾਂ ਪੋਸਟ ਡੇਟਡ ਫੈਸਲੇ ਨੇ, ਕਈ ਪ੍ਰੀ ਡੇਟਡ ਫੈਸਲੇ ਨੇ। ਮੈਂ ਸਲਾਹ ਕਰਨੀ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਸਾਈਨ ਕੀਤੇ ਨੇ, ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ, ਕਿੱਥੇ ਨੇ ਸਰ? ਉਹ ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿੱਥੇ ਚਲੇ ਗਏ? ਬਹੁਤ ਸਾਰੀਆਂ ਫਾਈਲਾਂ ਬਾਰੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ, ਕਿਵੇਂ ਸਾਈਨ ਕਰ ਗਏ, ਕੀ ਸਾਈਨ ਕਰ ਗਏ, ਇਹਦਾ ਕੀ ਕਰੀਏ? ਹੁਣ ਤਾਂ ਸੱਤਾ ਟ੍ਰਾਂਸਫਰ ਵਾਸਤੇ ਵੀ ਨਹੀਂ ਤੁਸੀਂ ਮਿਲ ਸਕਦੇ ਸਾਨੂੰ। ਇਹ ਪਾਕਿਸਤਾਨ ਥੋੜੀ ਹੈ ਸਰ। ਪਾਕਿਸਤਾਨ 'ਚ ਹੁੰਦਾ ਏਦਾਂ, ਪ੍ਰਧਾਨ ਮੰਤਰੀ ਹੋ, ਜਿੱਦੇ ਲਾਹ ਤੇ ਜਾਂ ਤਾਂ ਭਾਜੋ ਜਾਂ ਫਾਂਸੀ। ਤੇ ਚੰਨੀ ਸਾਹਿਬ ਭੱਜ ਕਿਉਂ ਗਏ ਜੀ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਕਾਂਗਰਸੀਆਂ ਨੂੰ, ਕਿ ਆਪਦਾ ਸੀਐਮ ਦਾ ਕੈਂਡੀਡੇਟ ਦਿਖਾ ਦਿਓ ਕਿੱਥੇ ਹੈ। ਮੈਂ ਬਹੁਤ ਸਾਰੀਆਂ ਫਾਈਲਾਂ ਬਾਰੇ ਪੁੱਛਣਾ ਚਾਹੁੰਦਾ। ਉਹਨਾਂ ਨੇ ਡਿਸੀਜਨ ਲਏ ਹੋਏ ਨੇ, ਲਾਸਟ ਦਿਨਾਂ 'ਚ ਡਿਸੀਜਨ ਲਏ ਹੋਏ ਨੇ, ਕਿੱਧਰ ਗਏ? ਕੋਈ ਕਹਿੰਦਾ ਜੀ ਅਮਰੀਕਾ ਨੇ, ਕੋਈ ਕਹਿੰਦਾ ਜੀ ਕੈਨੇਡਾ ਨੇ। ਇਸ ਕੰਮ ਵਾਸਤੇ ਤੁਸੀਂ ਮੁੱਖ ਮੰਤਰੀ ਬਣੇ ਸੀ ਯਾਰ, ਕਿ ਅਸੀਂ 120 ਦਿਨ 12 ਦਿਨ 118 ਦਿਨ ਬਣ ਜਾਾਂਗੇ, ਬਾਅਦ 'ਚ ਇੱਥੋਂ ਭੱਜ ਜਾਾਂਗੇ। ਇਹਦਾ ਮਤਲਬ ਤੁਸੀਂ ਆਪ ਹੀ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਹੋ। ਤੁਸੀਂ ਰਹੋ ਇੱਥੇ ਕਿ ਮੈਂ ਮੁੱਖ ਮੰਤਰੀ ਹੁੰਦਾ ਸੀ, ਸਾਬਕਾ ਮੁੱਖ ਮੰਤਰੀ ਬਹੁਤ ਸਾਰੇ ਰਹਿੰਦੇ ਨੇ। ਇਹਦਾ ਮਤਲਬ ਕੁਝ ਨਾ ਕੁਝ ਗਲਤ ਕੀਤਾ। ਇਹਦਾ ਮਤਲਬ ਕਾਂਗਰਸ ਦੇ ਵਿੱਚ ਇਹ ਹਾਲਾਤ ਹੈ ਕਿ ਕਾਂਗਰਸੀ ਉਹਨਾਂ ਦੇ ਹੀ ਇਮਾਨਦਾਰ ਨੇ ਜਿੰਨੇ ਚਿਰ ਮੌਕਾ ਨਹੀਂ ਮਿਲਦਾ। ਜਦੋਂ ਮੌਕਾ, ਅਸੀਂ ਆਏ 16 ਮਾਰਚ ਨੂੰ, ਅਸੀਂ ਸਹੁੰ ਚੁੱਕੀ। ਮੇਰੇ ਕੋਲੇ ਵੀ ਮੁੱਖ ਮੰਤਰੀ ਦੇ ਤੌਰ ਤੇ ਬਹੁਤ ਸਾਰੀਆਂ ਫਾਈਲਾਂ ਆਉਂਦੀਆਂ ਨੇ ਜਿਹੜੀਆਂ ਕੰਟਰੋਵਰਸ਼ੀਅਲ ਨੇ। ਲਾਸਟ ਦਿਨਾਂ ਦੇ ਵਿੱਚ ਉਹ ਫੈਸਲੇ ਕੀਤੇ ਹੋਏ ਨੇ, ਜਾਂਦੇ ਫੈਸਲੇ ਕੀਤੇ ਹੋਏ ਨੇ, ਕਈ ਤਾਂ ਪੋਸਟ ਡੇਟਡ ਫੈਸਲੇ ਨੇ, ਕਈ ਪ੍ਰੀ ਡੇਟਡ ਫੈਸਲੇ ਨੇ। ਮੈਂ ਸਲਾਹ ਕਰਨੀ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਸਾਈਨ ਕੀਤੇ ਨੇ, ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ, ਕਿੱਥੇ ਨੇ ਸਰ? ਉਹ ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿੱਥੇ ਚਲੇ ਗਏ? ਬਹੁਤ ਸਾਰੀਆਂ ਫਾਈਲਾਂ ਬਾਰੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ, ਕਿਵੇਂ ਸਾਈਨ ਕਰ ਗਏ, ਕੀ ਸਾਈਨ ਕਰ ਗਏ, ਇਹਦਾ ਕੀ ਕਰੀਏ? ਹੁਣ ਤਾਂ ਸੱਤਾ ਟ੍ਰਾਂਸਫਰ ਵਾਸਤੇ ਵੀ ਨਹੀਂ ਤੁਸੀਂ ਮਿਲ ਸਕਦੇ ਸਾਨੂੰ। ਇਹ ਪਾਕਿਸਤਾਨ ਥੋੜੀ ਹੈ ਸਰ। ਪਾਕਿਸਤਾਨ 'ਚ ਹੁੰਦਾ ਏਦਾਂ, ਪ੍ਰਧਾਨ ਮੰਤਰੀ ਹੋ, ਜਿੱਦੇ ਲਾਹ ਤੇ ਜਾਂ ਤਾਂ ਭਾਜੋ ਜਾਂ ਫਾਂਸੀ। ਤੇ ਚੰਨੀ ਸਾਹਿਬ ਭੱਜ ਕਿਉਂ ਗਏ ਜੀ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਕਾਂਗਰਸੀਆਂ ਨੂੰ, ਕਿ ਆਪਦਾ ਸੀਐਮ ਦਾ ਕੈਂਡੀਡੇਟ ਦਿਖਾ ਦਿਓ ਕਿੱਥੇ ਹੈ। ਮੈਂ ਬਹੁਤ ਸਾਰੀਆਂ ਫਾਈਲਾਂ ਬਾਰੇ ਪੁੱਛਣਾ ਚਾਹੁੰਦਾ। ਉਹਨਾਂ ਨੇ ਡਿਸੀਜਨ ਲਏ ਹੋਏ ਨੇ, ਲਾਸਟ ਦਿਨਾਂ 'ਚ ਡਿਸੀਜਨ ਲਏ ਹੋਏ ਨੇ, ਕਿੱਧਰ ਗਏ? ਕੋਈ ਕਹਿੰਦਾ ਜੀ ਅਮਰੀਕਾ ਨੇ, ਕੋਈ ਕਹਿੰਦਾ ਜੀ ਕੈਨੇਡਾ ਨੇ। ਇਸ ਕੰਮ ਵਾਸਤੇ ਤੁਸੀਂ ਮੁੱਖ ਮੰਤਰੀ ਬਣੇ ਸੀ ਯਾਰ, ਕਿ ਅਸੀਂ 120 ਦਿਨ 12 ਦਿਨ 118 ਦਿਨ ਬਣ ਜਾਾਂਗੇ, ਬਾਅਦ 'ਚ ਇੱਥੋਂ ਭੱਜ ਜਾਾਂਗੇ। ਇਹਦਾ ਮਤਲਬ ਤੁਸੀਂ ਆਪ ਹੀ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਹੋ। ਤੁਸੀਂ ਰਹੋ ਇੱਥੇ ਕਿ ਮੈਂ ਮੁੱਖ ਮੰਤਰੀ ਹੁੰਦਾ ਸੀ, ਸਾਬਕਾ ਮੁੱਖ ਮੰਤਰੀ ਬਹੁਤ ਸਾਰੇ ਰਹਿੰਦੇ ਨੇ। ਇਹਦਾ ਮਤਲਬ ਕੁਝ ਨਾ ਕੁਝ ਗਲਤ ਕੀਤਾ। ਇਹਦਾ ਮਤਲਬ
ਇਹਦਾ ਮਤਲਬ ਕਾਂਗਰਸ ਦੇ ਵਿੱਚ ਇਹ ਹਾਲਾਤ ਹੈ ਕਿ ਕਾਂਗਰਸੀ ਉਹਨਾਂ ਦੇ ਹੀ ਇਮਾਨਦਾਰ ਨੇ ਜਿੰਨੇ ਚਿਰ ਮੌਕਾ ਨਹੀਂ ਮਿਲਦਾ। ਜਦੋਂ ਮੌਕਾ ਮਿਲ ਗਿਆ ਚੱਕ ਦਿਓ ਫੱਟੇ। ਦੋਵੇਂ ਵਿਧਾਇਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਵਾਲ ਚੁੱਕੇ ਗਏ। ਕੱਲ ਵਿਧਾਨ ਸਭਾ ਦੇ ਵਿੱਚ ਪੁੱਛਿਆ ਗਿਆ ਕਿ ਚਰਨਜੀਤ ਚੰਨੀ ਕਿੱਥੇ ਨੇ, ਵੋਟਾਂ ਤੋਂ ਬਾਅਦ ਉਹ ਕਿੱਥੇ ਚਲੇ ਗਏ। ਕੋਈ ਕਹਿ ਰਿਹਾ ਕੈਨੇਡਾ ਨੇ, ਕੋਈ ਕਹਿ ਰਿਹਾ ਅਮਰੀਕਾ ਦੇ ਵਿੱਚ ਨੇ। ਆਖਰ ਜਦੋਂ ਵੋਟਾਂ ਹੋ ਗਈਆਂ, ਜਦੋਂ ਚੋਣਾਂ ਹੋ ਗਈਆਂ ਤਾਂ ਉਸ ਤੋਂ ਬਾਅਦ ਉਹ ਕਿੱਥੇ ਚਲੇ ਗਏ। ਬਹੁਤ ਸਾਰੀਆਂ ਫਾਈਲਾਂ ਨੇ, ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਬਹੁਤ ਸਾਰੀਆਂ ਅਜਿਹੀਆਂ ਫਾਈਲਾਂ ਨੇ ਜਿਨ੍ਹਾਂ ਤੇ ਜਾਂਦੇ ਸਾਈਨ ਕੀਤੇ ਗਏ, ਜਾਂਦੇ ਵੱਡੇ ਫੈਸਲੇ ਕੀਤੇ ਗਏ। ਕਈ ਪ੍ਰੀ ਡੇਟਡ ਯਾਨੀ ਕਿ ਇਸ ਪਹਿਲਾਂ ਦੀ ਤਾਰੀਖ ਪਾ ਕੇ ਉਹ ਫਾਈਲਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਦਸਤਖਤ ਕੀਤੇ ਗਏ ਨੇ। ਤਾਂ ਉਹਨਾਂ ਸਾਰੀਆਂ ਫਾਈਲਾਂ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਉਹਨਾਂ ਫੈਸਲਿਆਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਤਾਂ ਇਹ ਸਵਾਲ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਕਿੱਥੇ ਨੇ ਚਰਨਜੀਤ ਸਿੰਘ ਚੰਨੀ। ਤਾਂ ਚਰਨਜੀਤ ਚੰਨੀ ਨੇ ਜਵਾਬ ਦਿੱਤਾ ਹੈ ਕਿ ਉਹ ਅਮਰੀਕਾ ਦੇ ਵਿੱਚ ਨੇ, ਇਲਾਜ ਕਰਵਾ ਰਹੇ ਨੇ, ਆਪਣਾ ਥੀਸਿਸ ਕੰਪਲੀਟ ਕਰ ਰਹੇ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ 24 ਘੰਟੇ ਫੋਨ ਤੇ ਅਵੇਲੇਬਲ ਨੇ, ਕਿਸੇ ਵੀ ਵੇਲੇ ਉਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਸੰਪਰਕ ਨਹੀਂ ਕੀਤਾ ਗਿਆ। ਵਰਿੰਦਰ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ, ਯੂਥ ਕਾਂਗਰਸ ਦੇ ਪ੍ਰਧਾਨ ਨੇ। ਵਰਿੰਦਰ ਢਿੱਲੋਂ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਦੋ ਸਵਾਲ ਨੇ। ਇੱਕ ਤਾਂ ਚਰਨਜੀਤ ਸਿੰਘ ਚੰਨੀ ਦੇ ਨਾਲ ਨਿਊਜ਼ 18 ਨੇ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਵਿੱਚ ਨੇ, ਆਪਣਾ ਇਲਾਜ ਕਰਵਾ ਰਹੇ ਨੇ, ਥੀਸਿਸ ਕੰਪਲੀਟ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਲਦ ਵਾਪਸ ਪਰਤਣਗੇ ਤੇ ਉਹ ਫੋਨ ਤੇ ਅਵੇਲੇਬਲ ਨੇ। ਲੇਕਿਨ ਸਰਕਾਰ ਦੇ ਵੱਲੋਂ ਅਜੇ ਤੱਕ ਉਹਨਾਂ ਨੂੰ ਕੋਈ ਸੰਪਰਕ ਨਹੀਂ ਕੀਤਾ ਗਿਆ। ਲੇਕਿਨ ਤੁਸੀਂ ਕੱਲ ਦਾ ਸੈਸ਼ਨ ਵੇਖਿਆ ਹੋਣਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਜਿਵੇਂ ਹੀ ਚੋਣਾਂ ਹੋਈਆਂ ਤਾਂ ਚਰਨਜੀਤ ਚੰਨੀ ਕਿੱਥੇ ਚਲੇ ਗਏ, ਕਿਉਂ ਚਲੇ ਗਏ। ਬਹੁਤ ਸਾਰੀਆਂ ਫਾਈਲਾਂ ਸੀ ਜਿਨ੍ਹਾਂ ਤੇ ਜਿਹੜੀਆਂ ਪ੍ਰੀ ਡੇਟਡ ਸੀ, ਜਿਨ੍ਹਾਂ ਤੇ ਪੁਰਾਣੀਆਂ ਤਰੀਕਾਂ ਪਾ ਕੇ ਜਾਂ ਫਿਰ ਪੁਰਾਣੇ ਜਿਹੜੇ ਇਸ ਤੋਂ ਪਹਿਲਾਂ ਦੇ ਦਿਨ ਸੀ ਉਹ ਡੇਟ ਪਾ ਕੇ ਉਹਨਾਂ ਨੂੰ ਸਾਈਨ ਕੀਤਾ ਗਿਆ ਸੀ। ਬਹੁਤ ਸਾਰੇ ਸਵਾਲ ਨੇ। ਕਿਵੇਂ ਦੇਖਦੇ ਹੋ ਤੁਸੀਂ ਇਸ ਬਿਆਨ ਨੂੰ? ਬਿਲਕੁਲ ਠੀਕ ਹੈ ਤੁਹਾਡੀ ਗੱਲ ਜੋ ਤੁਸੀਂ ਕਹਿ ਰਹੇ ਹੋ, ਚੰਨੀ ਸਾਹਿਬ ਅਵੇਲੇਬਲ ਆ। ਲੇਕਿਨ ਹੈਰਾਨਗੀ ਦੀ ਗੱਲ ਮਤਲਬ ਇੱਕ ਮੁੱਖ ਮੰਤਰੀ ਪੰਜਾਬ ਹੋਵੇ, ਤੁਸੀਂ ਤਾਂ ਜੀ ਮੈਨੂੰ ਪਤਾ ਇਸ ਗੱਲ ਦਾ ਜਵਾਬ ਮੈਨੂੰ ਨਹੀਂ ਦਿਓਗੇ, ਲੇਕਿਨ ਇਹ ਦੱਸੋ ਕਿ ਉਹ ਬਿਫਿਟਿੰਗ ਆ ਵੀ ਉਹ ਜੋ ਵਿਧਾਨ ਸਭਾ 'ਚ ਬੋਲ ਰਹੇ ਆ ਕਿਤੇ ਆਪਣੇ ਵਿਰੋਧੀਆਂ ਬਾਰੇ, ਕੀ ਉਹ ਗੱਲਾਂ ਕਰ ਰਹੇ ਆ ਜੋ ਉਹ ਬੋਲ ਰਹੇ ਆ ਆਪਾਂ ਦੇ ਸਾਬਕਾ ਮੁੱਖ ਮੰਤਰੀਆਂ ਬਾਰੇ, ਕਿਸ ਤਰੀਕੇ ਦੇ ਤੰਜ ਕੱਸ ਰਹੇ ਆ, ਕਿਸ ਤਰੀਕੇ ਦੀ ਉਹ ਰਾਜਨੀਤੀ ਕਰਨਾ ਚਾਹ ਰਹੇ ਆ। ਤੁਸੀਂ ਮੈਨੂੰ ਦੱਸੋ, ਇਹ ਸ਼ੋਭਾ ਦਿੰਦਾ ਮੁੱਖ ਮੰਤਰੀ ਨੂੰ? ਅੱਜ ਤੋਂ ਪਹਿਲਾਂ ਕਿੰਨੇ ਮੁੱਖ ਮੰਤਰੀ ਆਏ, ਕਿੰਨੀਆਂ ਕੁ ਗੱਲਾਂ ਹੋਈਆਂ ਨੇ, ਕਿੰਨੀਆਂ ਕੁ ਫਾਈਲਾਂ ਡਿਸਕਸ ਹੋਈਆਂ। ਇਹ ਫਾਈਲਾਂ ਤੇ ਜੋ ਲਿਖਿਆ ਹੁੰਦਾ ਨਾ ਉਹੀ ਫਾਈਨਲ ਹੁੰਦਾ ਵਾ, ਇਹਦੇ ਅੰਦਰ ਡਿਸਕਸ਼ਨ ਦਾ ਕੋਈ ਮਸਲਾ ਨਹੀਂ ਹੁੰਦਾ। ਅਗਰ ਸਮਝ ਹੁੰਦੀ ਨਾ ਗੱਲ ਦੀ, ਜੋ ਫਾਈਲ ਦੇ ਉੱਤੇ ਇਹਨਾਂ ਨੇ ਨੋਟਿੰਗ ਚੜ ਗਈ ਆ ਉਹੀ ਮੁੱਖ ਮੰਤਰੀ ਦੇ ਉਹ ਆ, ਉਹਦੇ ਵਿੱਚ ਉਹਨਾਂ ਨੇ ਡਿਸਕਸ਼ਨ ਕੀ ਕਰਨੀ ਆ, ਵੀ ਕੋਈ ਫਾਈਲ ਤੋਂ ਵੱਖਰਾ ਡਿਸਕਸ਼ਨ ਕਰਨੀ ਆ। ਲੇਕਿਨ ਜਦੋਂ ਸਮਝ ਨਹੀਂ ਹੈਗੀ ਚੀਜ਼ਾਂ ਦੀ, ਔਰ ਪਿੰਡਾਂ ਵਾਲੇ ਲੋਕਾਂ ਨੂੰ ਇੱਕ ਤਰ੍ਹਾਂ ਤੋਂ ਬੇਵਕੂਫ ਬਣਾਉਣ ਦਾ ਇਹਨਾਂ ਨੇ, ਲੋਕਾਂ ਨੇ, ਸ਼ਹਿਰਾਂ ਵਾਲੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇਹਨਾਂ ਨੇ ਮਤਲਬ ਟੀਕਾ ਫੜ ਲਿਆ, ਔਰ ਜੋ ਮੂੰਹ ਚਾਹੁੰਦਾ ਬੋਲੀ ਜਾਂਦੇ ਆ ਫਲੋਰ ਆਫ ਦੀ ਹਾਊਸ ਦੇ ਉੱਤੇ ਵੀ ਮੈਂ ਫਾਈਲਾਂ ਡਿਸਕਸ ਕਰਨੀਆਂ। ਅਮਰੀਕਾ ਦਾ ਉਹ ਭਾਸ਼ਣ ਦਿੰਦੇ, ਅਮਰੀਕਾ ਦੀ ਇਕਨੋਮੀ ਦਾ ਹਿਸਾਬ ਦੇਖਣ, ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਦਾ ਹਿਸਾਬ ਦੇਖਣ, ਅਮਰੀਕਾ ਦੀ ਟਰਾਂਸਫਰਮੇਸ਼ਨ ਆਫ ਪਾਵਰ ਦਾ ਵੇਖਣ। ਲੇਕਿਨ ਦੁੱਖ ਇਸ ਗੱਲ ਦਾ ਵਾ ਵੀ ਬਿਨਾਂ ਸੋਚੇ ਸਮਝੇ ਫਲੋਰ ਆਫ ਦੀ ਹਾਊਸ ਦੇ ਉੱਤੇ ਤੁਸੀਂ ਕੁਝ ਵੀ ਬੋਲੀ ਜਾਓਗੇ ਕਿ ਮੈਂ ਚੰਨੀ ਸਾਹਿਬ ਨਾਲ ਸਲਾਹ ਕਰਨੀ ਹੈ। ਕਿਉਂਕਿ ਅੱਜ ਵੀ ਉਹੀ ਭੰਡਾਂ ਵਾਲੀਆਂ ਗੱਲਾਂ ਨਹੀਂ ਛੱਡਣੀਆਂ ਨਾ, ਹਰ ਚੀਜ਼ ਦੇ ਵਿੱਚ ਮਜ਼ਾਕ, ਹਰ ਤਰੀਕੇ ਤਾਨੇ ਮਿਹਣੇ। ਕਿਉਂਕਿ ਅੱਜ ਵੀ ਸੋਚ ਨਹੀਂ ਰਹਿੰਦੀ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਗਿਆ ਵਾਂ ਵੀ ਮੈਂ ਉਸ ਕੁਰਸੀ ਦੀ ਗਰੀਮਾ ਨੂੰ ਸਮਝਾਂ, ਮੈਂ ਉਸ ਕੁਰਸੀ ਦੇ ਹਿਸਾਬ ਦੇ ਨਾਲ ਗੱਲ ਕਰਾਂ। ਲੇਕਿਨ ਉਹੀ ਤੰਜ ਕੱਸਣੇ, ਉਹੀ ਹਾਸੇ ਮਖੌਲ, ਉਹੀ ਹਰੇਕ ਨੂੰ ਪਿਕਚਰ ਮਖੌਲ। ਇਹ ਮੁੱਖ ਮੰਤਰੀ ਪੰਜਾਬ ਥੋੜਾ ਵਾ, ਇਹ ਤਾਂ ਆਪਣਾ ਕੀ ਕਹਿੰਦੇ ਐ ਲੱਗਦਾ ਕਮੇਡੀਅਨ ਲਿਆ ਕੇ ਆਪਣਾ ਕੀ ਕਹਿੰਦੇ ਤਮਾਸ਼ੇ ਕਰਨ ਨੂੰ ਬਿਠਾਤਾ ਵਾ। ਅਗਰ ਥੋੜੀ ਬਹੁਤੀ ਗਰੀਮਾ ਦੀ ਗੱਲ ਹੋਣ ਤਾਂ ਕਰਕੇ ਸਾਨੂੰ ਵੀ ਇਹ ਭਾਸ਼ਾ ਬੋਲਣੀ ਪੈਂਦੀ ਆ। ਅਸੀਂ ਵੀ ਮੁੱਖ ਮੰਤਰੀ ਦੀ ਇੱਜ਼ਤ ਕਰਨਾ ਚਾਹੁੰਦੇ ਆ, ਲੇਕਿਨ ਆਹ ਚੀਜ਼ਾਂ ਕਿਉਂ ਬੋਲਣੀਆਂ ਪੈਂਦੀਆਂ? ਕਿਉਂਕਿ ਇਹ ਬੋਲਣੋਂ ਨਹੀਂ ਹਟਦੇ ਇਹੋ ਜਿਹੀ ਗੱਲਾਂ। ਚਰਨਜੀਤ ਚੰਨੀ ਤੋਂ ਇਹਨਾਂ ਨੇ 3 ਮਹੀਨੇ ਦਾ ਕਾਰਜਕਾਲ ਤੇ, ਅੱਜ ਅਮਰਿੰਦਰ ਸਿੰਘ ਹੈਗਾ 4.5 ਸਾਲ ਦੇ ਕਾਰਜਕਾਲ ਤੋਂ, ਉਹ ਤੋਂ ਕਿੰਨੀਆਂ ਤਾਂ ਫਾਈਲਾਂ ਦਾ ਪੁੱਛ ਲਿਆ ਅੱਜ ਤੱਕ, ਉਹਨੂੰ ਕਿੰਨੀ ਵਾਰ ਬੁਲਾ ਕੇ ਗੱਲ ਕਰ ਲਈ। ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਕਿੰਨੀਆਂ ਗੱਲਾਂ ਕਰ ਲਈਆਂ, ਲੇਕਿਨ ਨਹੀਂ ਤੰਜ ਕੱਸਣੇ ਆ ਕਿਉਂਕਿ ਉਹਨਾਂ ਦੇ ਉਹ ਆਪਣਾ ਬਾਹਰ ਹੈਗੇ ਆ, ਔਰ ਲੋਕਾਂ ਨੂੰ ਇਹ ਦੱਸਣਾ ਵੀ ਉਹ ਇੱਥੇ ਹੈ ਨਹੀਂ, ਇਸ ਕਰਕੇ ਤੰਜ ਕੱਸਣ ਦਾ ਬਹਾਨਾ ਚਾਹੀਦਾ। ਸੋ ਮੁੱਖ ਮੰਤਰੀ ਵਾਲੀ ਗੱਲਾਂ ਨਹੀਂ ਹੈ ਇਹ, ਮੁੱਖ ਮੰਤਰੀ ਦੀ ਗਰੀਮਾ ਵਾਲੀਆਂ ਗੱਲਾਂ ਨਹੀਂ ਆ ਇਹ, ਉਸ ਕੁਰਸੀ ਦਾ ਮਾਨ ਸਤਿਕਾਰ ਵਾਲੀਆਂ ਗੱਲਾਂ ਨਹੀਂ ਆ। ਉਲਟਾ ਉਸ ਕੁਰਸੀ ਦੀ ਬੇਇੱਜ਼ਤੀ ਹੁੰਦੀ ਆ, ਔਰ ਇਹਨਾਂ ਨੂੰ ਵੇਖ ਕੇ ਉਸ ਕੁਰਸੀ ਦਾ ਮਤਲਬ ਨਿਰਾਦਰ ਹੁੰਦਾ ਵਾ। ਲੋਕਾਂ 'ਚ ਮਜ਼ਾਕ ਬਣਾਉਂਦੇ ਆਪਣਾ ਵੀ ਔਰ ਪੰਜਾਬ ਦਾ ਵੀ। ਉਹਨੇ BMW ਵਾਲੇ ਕੇਸ ਕੀ ਬਣਾ ਕੇ ਆਏ ਮਜ਼ਾਕ, ਉੱਥੇ ਜਦੋਂ ਜਹਾਜ਼ ਤੇ ਚੜੇ ਸੀ ਉਦੋਂ ਅੱਜ ਤੱਕ ਨਹੀਂ ਆ ਕੇ ਦੱਸਿਆ ਵੀ ਮੈਨੂੰ ਡੀਪਲੇਨ ਕੀਤਾ ਕਿ ਨਹੀਂ ਕੀਤਾ। ਅੱਜ ਤੱਕ ਉਹ ਗੱਲਾਂ ਦੇ ਜਵਾਬ ਨਹੀਂ ਦਿੰਦੇ। ਫਾਈਲਾਂ ਇਹਨਾਂ ਨੇ 2.5 ਮਹੀਨੇ ਪੁਰਾਣੀਆਂ ਚੈੱਕ ਕਰਨੀਆਂ। ਇਹਨਾਂ ਨੂੰ ਪੁੱਛੋ ਨਾ। ਵਰਿੰਦਰ ਢਿੱਲੋਂ ਜੀ ਜੁੜੇ ਰਹਿਣਾ ਸਾਡੇ ਨਾਲ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੀ ਜੁੜ ਗਏ ਨੇ। ਨੀਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹਾਊਸ ਦੇ ਵਿੱਚ ਇਹ ਸਵਾਲ ਚੁੱਕੇ ਕਿ ਚਰਨਜੀਤ ਚੰਨੀ ਕਿੱਥੇ ਨੇ, ਚੋਣਾਂ ਹੋ ਗਈਆਂ ਤਾਂ ਉਹ ਕਿੱਥੇ ਚਲੇ ਗਏ। ਉਹਨਾਂ ਤੋਂ ਬਹੁਤ ਸਾਰੀਆਂ ਫਾਈਲਾਂ ਤੇ ਸਵਾਲ ਪੁੱਛਣੇ ਨੇ, ਡਿਸਕਸ਼ਨ ਕਰਨੀ ਹੈ। ਬਹੁਤ ਸਾਰੀਆਂ ਫਾਈਲਾਂ ਇਸ ਤਰੀਕੇ ਦੇ ਨਾਲ ਸਾਈਨ ਹੋ ਗਈਆਂ ਕਿ ਪ੍ਰੀ ਡੇਟਡ ਸੀ, ਪੁਰਾਣੀਆਂ ਜਿਹੜੀਆਂ
ਪੁਰਾਣੇ ਦਿਨਾਂ ਦੀਆਂ ਤਾਰੀਖਾਂ ਦੇ ਨਾਲ ਉਹਨਾਂ ਤੇ ਸਾਈਨ ਕੀਤੇ ਹੋਏ ਸੀ। ਇਹ ਸਾਰੇ ਸਵਾਲ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤੇ ਨਿਊਜ਼ 18 ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ। ਉਹ ਵਿਦੇਸ਼ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ, ਜਲਦ ਵਾਪਸ ਆਉਣਗੇ। ਉਹਨਾਂ ਨੇ ਕਿਹਾ ਕਿ 24 ਘੰਟੇ ਫੋਨ ਤੇ ਅਵੇਲੇਬਲ ਨੇ, ਲੇਕਿਨ ਉਹਨਾਂ ਨੂੰ ਕੋਈ ਸੰਪਰਕ ਨਹੀਂ ਕੀਤਾ ਗਿਆ ਕਿ ਬਿਨਾਂ ਉਹਨਾਂ ਦੇ ਨਾਲ ਸੰਪਰਕ ਕੀਤੇ ਮੰਨ ਲਿਆ ਗਿਆ ਕਿ ਉਹ ਇੱਥੋਂ ਭੱਜ ਗਏ ਨੇ। ਦੇਖੋ ਅਰਸ਼ ਮੈਡਮ, ਮੈਨੂੰ ਤਾਂ ਪਹਿਲੀ ਗੱਲ ਤਾਂ ਤਰਸ ਆਉਂਦਾ ਕਿ ਜਿਹੜੇ ਬੁਲਾਰੇ ਨੇ ਕਾਂਗਰਸ ਦੇ ਉਹ ਬੋਲ ਰਹੇ ਸੀ ਜਿੱਦਾਂ ਦੀ ਭਾਸ਼ਾ ਇੱਕ ਚੁਣੇ ਹੋਏ ਮੁੱਖ ਮੰਤਰੀ ਬਾਰੇ ਭੰਡ ਕਹਿ ਰਹੇ ਹੈ। ਮਤਲਬ ਸਾਨੂੰ ਮਰਿਆਦਾ ਸਿਖਾ ਰਹੇ ਨੇ, ਆਪ ਕਿਹੜੀ ਮਰਿਆਦਾ ਦੇ ਵਿੱਚ ਨੇ ਉਹ ਆਪ ਦੇਖ ਲੈਣ। ਉਹ 3.25 ਕਰੋੜ ਜਨਤਾ ਦੇ ਚੁਣੇ ਹੋਏ ਮੁੱਖ ਮੰਤਰੀ ਨੇ ਔਰ ਸਭ ਤੋਂ ਵੱਧ ਵੋਟਾਂ ਨਾਲ ਚੁਣੇ ਹੋਏ ਮੁੱਖ ਮੰਤਰੀ ਨੇ। ਉਸ ਸਰਕਾਰ ਦੇ ਮੁੱਖ ਮੰਤਰੀ ਨੇ ਜਿਹਦੇ ਸਭ ਤੋਂ ਵੱਧ MLA ਹੈਗੇ ਆ। ਸੋ ਇਹੋ ਜਿਹੇ ਸ਼ਬਦ ਵਰਤਣ ਤੋਂ ਪਹਿਲਾਂ ਜਿਹੜਾ ਹੈਗਾ ਇਹਨਾਂ ਨੂੰ ਸੋਚ ਲੈਣਾ ਚਾਹੀਦਾ। ਇਹ ਤੋਹੀਨ ਹੈਗੀ ਹੈ ਪੰਜਾਬ ਦੇ ਲੋਕਾਂ ਦੀ ਜਦੋਂ ਇਹੋ ਜਿਹੇ ਸ਼ਬਦ ਇਹ ਯੂਜ਼ ਕਰਦੇ ਆ। ਸੋ ਇਹਦੇ ਉੱਤੇ ਅਸੀਂ ਤਰਕ ਕਰ ਸਕਦੇ ਹਾਂ, ਉੱਤੇ ਹੋਰ ਤਾਂ ਅਸੀਂ ਕੀ ਕਹਿ ਸਕਦੇ ਹਾਂ। ਔਰ ਦੂਸਰੀ ਤਕਲੀਫ ਕੀ ਹੈ, ਮਤਲਬ ਭੰਡ ਸ਼ਬਦ ਮਾੜਾ ਸ਼ਬਦ ਆ ਜੀ। ਚਲੋ ਨੀਲ ਜੀ, ਬਰਿੰਦਰ ਜੀ, ਆਪਾਂ ਮੁੱਦੇ ਤੇ ਗੱਲ ਕਰੀਏ। ਨੀਲ ਜੀ, ਕੀ ਕੁਝ ਕਹਿਣਾ ਚਾਹੋਗੇ ਕਿ ਬਿਨਾਂ ਚਰਨਜੀਤ ਚੰਨੀ ਨੂੰ ਸੰਪਰਕ ਕੀਤੇ ਹੋਏ ਮੰਨ ਲਿਆ ਗਿਆ ਕਿ ਉਹ ਇੱਥੋਂ ਭੱਜ ਗਏ ਨੇ, ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਨੇ ਕੱਲ ਵਿਧਾਨ ਸਭਾ ਦੇ ਵਿੱਚ ਸਵਾਲ ਕੀਤੇ ਸੀ? ਦੇਖੋ ਮਤਲਬ ਇਹ ਅਸੀਂ ਨਹੀਂ ਕਹਿੰਦੇ, ਇਹ ਤਾਂ ਪੂਰਾ ਤੁਸੀਂ ਦੇਖੋ ਪੂਰਾ ਪੰਜਾਬ ਕਹਿੰਦਾ ਹੈ। ਬੜੇ ਦਿਨਾਂ 'ਚ ਪਿਛਲੇ ਇੱਕ ਹੋਰ ਕਿਸੇ ਪਾਰਟੀ ਦੇ ਲੀਡਰ ਨੇ ਵੀ ਕੁਝ ਛੱਲਾ ਏਦਾਂ ਦਾ ਕੋਈ ਸ਼ਬਦ ਯੂਜ਼ ਕੀਤਾ ਸੀ ਕਿ ਛੱਲਾ ਮੁੜ ਕੇ ਨਹੀਂ ਆਇਆ, ਛੱਲਾ ਕਦੋਂ ਆਏਗਾ। ਇਹ ਤਾਂ ਚਲੋ ਹਾਸੀ ਮਜ਼ਾਕ ਦੀਆਂ ਗੱਲਾਂ ਹੁੰਦੀਆਂ, ਰਾਜਨੀਤੀ 'ਚ ਇਹੋ ਜਿਹੇ ਤੰਜ ਚੱਲਦੇ ਰਹਿੰਦੇ ਆ। ਪਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਕੁਝ ਕੁ ਫਾਈਲਾਂ ਉਹਨਾਂ ਦੇ ਧਿਆਨ ਦੇ ਵਿੱਚ ਆਈਆਂ ਨੇ, ਜਦੋਂ ਉਹਨਾਂ ਦੀਆਂ ਫਾਈਲਾਂ ਬਾਰੇ ਕੁਝ ਪੁੱਛਿਆ ਗਿਆ ਤੇ ਅਫਸਰ ਸਾਹਿਬਾਨ ਨੇ ਦੱਸਿਆ ਕਿ ਚੰਨੀ ਸਾਹਿਬ ਇੱਥੇ ਹੈ ਨਹੀਂ ਹੈ, ਤੇ ਨੈਚੁਰਲੀ ਉਹਨਾਂ ਨੂੰ ਪੁੱਛਗਿੱਛ ਤੇ ਉਹਨਾਂ ਤੋਂ ਵੀ ਹੋਏਗੀ। ਜੇਕਰ ਇਸ ਤਰ੍ਹਾਂ ਦਾ ਬੈਕ ਡੇਟ ਦੇ ਵਿੱਚ ਕੋਈ ਸਾਈਨ ਹੋਏ ਨੇ ਜਿਸ ਦੇ ਨਾਲ ਸਰਕਾਰ ਨੂੰ ਨੁਕਸਾਨ ਹੋਇਆ, ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਇਆ, ਜਿਸ ਨਾਲ ਜਿਹੜਾ ਹੈਗਾ ਕਾਨੂੰਨ ਛਿੱਕੇ ਤੇ ਟੰਗਿਆ ਗਿਆ ਹੈਗਾ, ਉਹ ਸਾਰਾ ਕੁਝ ਪੁੱਛਗਿੱਛ ਹੋਏਗੀ। ਜ਼ਿਆਦਾ ਹਾਈਪਰ ਹੋਣ ਦੀ ਜ਼ਰੂਰਤ ਸੁਣੋ ਜ਼ਿਆਦਾ ਹਾਈਪਰ ਹੋਣ ਦੀ ਜ਼ਰੂਰਤ ਨਹੀਂ ਹੈਗੀ ਹੈ। ਉਹ ਇੱਕ ਮਿੰਟ ਯਾਰ ਸੁਣ ਲਓ ਇੱਕ ਮਿੰਟ ਜੀ, ਜਵਾਬ ਦੇ ਦਿੰਦੇ ਬਰਿੰਦਰ ਢਿੱਲੋਂ, ਜਵਾਬ ਲੈ ਲਈਏ। ਨੀਲ ਜੀ, ਸੰਪਰਕ ਕੀਤਾ ਗਿਆ ਉਹਨਾਂ ਨੂੰ ਜਾਂ ਪਹਿਲਾਂ ਹੀ ਮੰਨ ਲਿਆ ਗਿਆ? ਤੁਸੀਂ ਕਿਹਾ ਕਿ ਤੰਜ ਬਹੁਤ ਸਾਰੇ ਕਸੇ ਜਾਂਦੇ ਨੇ ਸਿਆਸਤ ਦੇ ਵਿੱਚ, ਹੋਰ ਪਾਰਟੀਆਂ ਦੇ ਲੀਡਰ ਵੀ ਕਹਿ ਰਹੇ ਨੇ, ਲੇਕਿਨ ਜਦੋਂ ਫਲੋਰ ਆਫ ਦਾ ਹਾਊਸ ਤੇ ਗੱਲ ਹੁੰਦੀ ਹੈ ਤਾਂ ਫਿਰ ਉਹ ਕਿਸੇ ਨਾ ਕਿਸੇ ਜ਼ਿੰਮੇਵਾਰੀ ਦੇ ਨਾਲ ਗੱਲ ਹੋਏਗੀ ਨਾ। ਅਰਸ਼ ਮੈਡਮ ਦੇਖੋ ਪਤਾ ਕੀ ਹੈ, ਜਦੋਂ ਮੁੱਖ ਮੰਤਰੀ ਸਾਹਿਬ ਜੇ ਸਦਨ ਦੇ ਵਿੱਚ ਬੋਲਦੇ ਤਾਂ ਜ਼ਿੰਮੇਵਾਰ ਵਿਅਕਤੀ ਨੇ, ਜ਼ਿੰਮੇਵਾਰੀ ਨਾਲ ਹੀ ਬੋਲਿਆ ਹੋਏਗਾ। ਸੋ ਉਸ ਦੇ ਉੱਤੇ ਬਾਹਰ ਬੈਠਾ ਨਾ ਤਾਂ ਵਰਿੰਦਰ ਢਿੱਲੋਂ ਜੀ ਵਿਧਾਨ ਸਭਾ ਦੇ ਮੈਂਬਰ ਹੈਗੇ ਆ, ਨਾ ਮੈਂ ਵਿਧਾਨ ਸਭਾ ਦਾ ਮੈਂਬਰ ਹਾਂ, ਨਾ ਉਹਨਾਂ ਕੋਲੇ ਸੰਵਿਧਾਨਕ ਪਾਵਰ ਹੈ, ਨਾ ਕੋਈ ਮੇਰੇ ਕੋਲੇ ਸੰਵਿਧਾਨਕ ਪਾਵਰ ਹੈ, ਨਾ ਉਹ ਕੁਝ ਇਸ ਤਰ੍ਹਾਂ ਉੱਤੇ ਕਿੰਤੂ ਪਰੰਤੂ ਕਰ ਸਕਦੇ, ਨਾ ਮੈਂ ਕਿੰਤੂ ਪਰੰਤੂ ਕਰ ਸਕਦਾ ਵਾਂ। ਜੇਕਰ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇਹ ਆਖਿਆ ਹੈਗਾ ਤਾਂ ਜ਼ਿੰਮੇਵਾਰੀ ਦੇ ਨਾਲ ਹੀ ਆਖਿਆ ਹੋਏਗਾ ਨਾ ਜੀ। ਕਿਸ ਗੱਲ ਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ? ਇਹ ਕੀ ਗੱਲ ਹੋਈ? ਮਤਲਬ ਸੰਵਿਧਾਨਕ ਬਿਲਕੁਲ ਨਹੀਂ ਹੈਗੀ ਪਾਵਰ। ਇਹਨਾਂ ਨੂੰ ਪੁੱਛੋ, ਫਲੋਰ ਆਫ ਦੀ ਹਾਊਸ ਇਹਨਾਂ ਦੇ ਮੁੱਖ ਮੰਤਰੀ ਬੋਲ ਰਹੇ, ਉਹਨੂੰ ਨਹੀਂ ਡਿਫੈਂਡ ਕਰਨਾ ਚਾਹਤੇ ਕਿ ਉਹਨਾਂ ਨੇ ਜ਼ਿੰਮੇਵਾਰੀ ਤਹਿਤ ਉਹਨਾਂ ਨੇ ਸੰਪਰਕ ਕੀਤਾ ਇੱਕ ਵਾਰ ਵੀ? ਤੇ ਕਹਿ ਰਹੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨੂੰ ਮੁੱਖ ਮੰਤਰੀ ਸਾਹਿਬ ਨੇ ਜ਼ਿੰਮੇਵਾਰੀ ਨਾਲ ਆਖਿਆ। ਜੇਕਰ ਚੰਨੀ ਸਾਹਿਬ ਹੈ ਤਾਂ ਹੁਣ ਤੁਸੀਂ ਗੱਲ ਤੁਸੀਂ ਅਸੀਂ ਕਿੱਦਾਂ ਮੰਨ ਲਈਏ ਵੀ ਚੰਨੀ ਸਾਹਿਬ ਨੇ ਕਹਿਤਾ ਕਿ ਮੈਂ ਅਵੇਲੇਬਲ ਹੈਗਾ, ਜਦੋਂ ਦੂਜੇ ਬੰਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਨਿਊਜ਼ 18 ਦੀ ਗੱਲਬਾਤ ਹੋਈ ਹੈ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਸੰਪਰਕ ਕੀਤਾ ਗਿਆ ਸੀ ਚਰਨਜੀਤ ਚੰਨੀ ਨੂੰ ਤੇ ਉਹਨਾਂ ਨੇ ਫੋਨ ਚੁੱਕਿਆ, ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਕਿ ਅਵੇਲੇਬਲ ਹਾਂ ਮੈਂ 24 ਘੰਟੇ ਫੋਨ ਦੇ ਉੱਤੇ, ਲੇਕਿਨ ਸਰਕਾਰ ਦੇ ਵੱਲੋਂ ਕਿਸੇ ਵੀ ਫਾਈਲ ਨੂੰ ਲੈ ਕੇ ਸੰਪਰਕ ਨਹੀਂ ਕੀਤਾ ਗਿਆ। ਜੇਕਰ ਮੌਜੂਦਾ ਮੁੱਖ ਮੰਤਰੀ ਸਦਨ ਦੇ ਵਿੱਚ ਇਹ ਕਹਿੰਦਾ ਤੇ ਜ਼ਿੰਮੇਵਾਰੀ ਨਾਲ ਹੀ ਕਹਿ ਰਹੇ ਨੇ ਉਹ ਨੇਤਾ ਦੇ ਕੀਤੇ ਹੋਣਗੇ, ਕਈ ਚੀਜ਼ਾਂ ਦੇ ਵਿੱਚ ਰਿਕੁਆਇਰਮੈਂਟ ਹੋਏਗੀ ਔਰ ਜਦੋਂ ਉਹ ਉਹਨਾਂ ਨੂੰ ਪੁੱਛਗਿੱਛ ਹੋਏਗੀ ਔਰ ਉਹਨਾਂ ਦੀ ਇਨਕੁਆਇਰੀ ਹੋਏਗੀ, ਇਸ ਚੀਜ਼ ਦੀ ਚਿੰਤਾ ਨਾ ਕਰਨ ਚਾਹੀਏ ਕਿ ਢਿੱਲੋਂ ਸਾਹਿਬ ਜੀ ਬਰਿੰਦਰ ਢਿੱਲੋਂ ਜੀ ਇਹਨਾਂ ਦੀ ਸਮਝ ਦੇ ਮੁਤਾਬਕ ਹੀ ਗੱਲ ਕਰਦੀ ਹੈ। ਅਗਰ ਮੁੱਖ ਮੰਤਰੀ ਨੇ ਜਿਹੜੀ ਫਾਈਲ ਦੇ ਉੱਤੇ ਨੋਟਿੰਗ ਚੜਾਈ ਹੋਈ ਹੈ ਉਸ ਤੋਂ ਵੱਖਰੀ ਕੋਈ ਪੁੱਛਗਿੱਛ ਹੁੰਦੀ ਆ? ਇਹਦੇ ਵਿੱਚ ਕਾਨੂੰਨ ਦੇ ਵਿੱਚ ਅਗਰ ਇਹਨਾਂ ਨੂੰ ਇੰਨੀ ਮਤਲਬ ਇਹ ਤਾਂ ਬੜੇ ਆਪਣੇ ਆਪ ਨੂੰ ਮਤਲਬ ਮਾਨ ਸਪੋਕਸਪਰਸਨ ਕਹਿ ਰਹੇ ਆ, ਬੜੇ ਡਿਫੈਂਡ ਕਰ ਰਹੇ ਆ, ਇਹਨਾਂ ਨੂੰ ਪੁੱਛੋ ਵੀ ਜਦੋਂ ਫਾਈਲ ਦੇ ਉੱਤੇ ਕੋਈ ਨੋਟਿੰਗ ਚੜ ਗਈਆਂ ਵਾ ਉਸ ਤੋਂ ਬਾਹਰ ਜਾ ਕੇ ਕੀ ਗੱਲ ਕਰਨਾ ਚਾਹਣਗੇ? ਮਤਲਬ ਇਹੋ ਕਿਹੜੀ ਗੱਲ ਆ ਜਿਹੜੀ ਫਾਈਲ ਦੇ ਉੱਤੇ ਨਹੀਂ ਹੈਗੀ ਔਰ ਜਿਹੜੀ ਪੁੱਛਗਿੱਛ ਇਹ ਕਦੀ ਸੁਣਿਆ ਕਦੀ ਕਿਸੇ ਨੂੰ ਮੁੱਖ ਮੰਤਰੀਆਂ ਨਾਲ ਆਪਸ ਵਿੱਚ ਗੱਲਾਂ ਕਰਦੇ ਨੂੰ? ਹਰ ਸਰਕਾਰਾਂ ਵਿੱਚ ਸਟੇਟ ਟ੍ਰਾਂਸਫਰ ਹੋਈਆਂ, ਹਰ ਸਰਕਾਰਾਂ 'ਚ ਪਾਵਰ ਟ੍ਰਾਂਸਫਰ ਹੋਈ ਆ, ਕਦੀ ਵੇਖਿਆ ਵੀ ਫਾਈਲਾਂ ਦੇ ਉੱਤੇ ਇਹਨਾਂ ਨੂੰ ਕਿਹੜੀ ਚੀਜ਼ਾਂ ਸਮਝ ਨਹੀਂ ਆ ਰਹੀਆਂ? ਮਤਲਬ ਆਪਣੀ ਆਪ ਦੀ ਜਿਹੜੀ ਸਮਝ ਦਾ ਪ੍ਰਗਟਾਵਾ ਸਾਰੇ ਪੰਜਾਬ ਦੇ ਅੱਗੇ ਕਰ ਰਿਹਾ ਵੀ ਮੈਨੂੰ ਫਾਈਲਾਂ ਸਮਝ ਨਹੀਂ ਆ ਰਹੀਆਂ, ਇਸ ਕਰਕੇ ਮੈਂ ਪੁੱਛਗਿੱਛ ਕਰੂੰਗਾ ਮੁੱਖ ਮੰਤਰੀ ਸਾਹਿਬ ਤੋਂ। ਬੰਦਾ ਮਤਲਬ ਤੁਸੀਂ ਮਾਈਂਡ ਸੈਟ ਵੇਖੋ ਨਾ ਕਿਸ ਹਿਸਾਬ ਨਾਲ ਗੱਲ ਕਰ ਰਹੇ ਆ। ਇਹਨਾਂ ਦਾ ਮਕਸਦ ਸਿਰਫ ਤੰਜ ਕੱਸਣਾ ਸੀ,
ਇਹਨਾਂ ਦਾ ਮਕਸਦ ਸਿਰਫ ਇੱਕ ਉਹ ਚੀਜ਼ ਸੀ, ਕੋਈ ਪੁੱਛ ਗਿੱਛ ਨਹੀਂ ਸੀ, ਕੋਈ ਫਾਈਲਾਂ ਦੀ ਗੱਲ ਨਹੀਂ ਸੀ। ਇਸ ਕਰਕੇ ਇਸ ਗੱਲ ਦੇ ਉੱਤੇ ਮਰਿਆਦਾ ਜਿਹੜੀ ਇਹ ਗੱਲ ਕਰ ਰਹੀ ਹੈ ਤਾਂ ਕਰਦੇ ਢਿੱਲੋਂ ਸਾਹਿਬ, ਤੁਹਾਡੇ ਵਰਗੀ ਪਾਰਟੀਆਂ ਦਾ, ਤੁਹਾਡੇ ਵਰਗੇ ਲੀਡਰਾਂ ਦਾ ਮਾਈਂਡ ਸੈਟਅਪ ਹੀ ਹੈਗਾ ਕਿ ਜਿਹੜਾ ਪੰਜਾਬ ਅੱਜ ਜਿੰਨਾ ਹਾਲਾਤਾਂ 'ਚ ਪੁੱਜਿਆ ਹੋਇਆ ਹੈ, ਜੇ ਅੱਜ ਪੰਜਾਬ ਨੂੰ ਲੱਗਿਆ ਹੈਗਾ, ਜੇ ਪੰਜਾਬ ਨੂੰ 3 ਲੱਖ ਕਰੋੜ ਦੇ ਕਰਜ਼ੇ 'ਚ ਤੁਸੀਂ ਡੁਬੋਇਆ ਹੈਗਾ, ਕੋਈ ਤਾਂ ਇਹੋ ਜਿਹੇ ਫੈਸਲੇ ਲਏ ਹੈ ਨਾ ਤੁਸੀਂ, ਜਿਨ੍ਹਾਂ ਫੈਸਲਿਆਂ ਦੇ ਨਾਲ ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਚੂਨਾ ਲੱਗਿਆ ਹੈਗਾ। ਅਸੀਂ ਕਿਉਂ ਪੁੱਛ ਕਿਸੇ ਨੇ ਕਰੀਏ? ਅਸੀਂ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਬਿਲਕੁਲ ਜਾਣ ਕੇ ਲੇਕਿਨ ਸਵਾਲ ਇਹ ਹੈ ਕਿ ਜੇ ਇਹ ਫੈਸਲੇ ਨੇ, ਜੇ ਕੋਈ ਵੀ ਫੈਸਲੇ ਹੋਏ ਨੇ, ਕੋਈ ਵੀ ਫਾਈਲਾਂ ਨੇ, ਕਿਸੇ ਵੀ ਚੀਜ਼ ਦੀ ਜਾਂਚ ਕਰਨੀ ਹੈ ਤਾਂ ਉਹਨਾਂ ਨੂੰ ਸੰਪਰਕ ਤਾਂ ਕੀਤਾ ਗਿਆ ਹੋਵੇ। ਉਹ ਸਿੱਧਾ ਸਾਫ਼ ਇਨਕਾਰ ਕਰ ਰਹੇ ਨੇ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਸੰਪਰਕ ਹੀ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹ ਵਿਦੇਸ਼ ਦੇ ਵਿੱਚ ਆਏ ਨੇ ਇਲਾਜ ਕਰਾਉਣ ਦੇ ਲਈ ਤੇ ਜਲਦ ਵਾਪਸ ਵੀ ਆ ਰਹੇ ਨੇ, ਜੋ ਵੀ ਡਿਸਕਸ ਕਰਨਾ ਹੈ ਕਰ ਲੈਣ। ਅਕ੍ਰੋਸ ਦੀ ਫੋਨ ਨਹੀਂ ਡਿਸਕਸ ਹੋ ਸਕਦਾ। ਹਾਂ, ਅਕ੍ਰੋਸ ਦੀ ਫੋਨ ਨਹੀਂ ਡਿਸਕਸ ਹੋ ਸਕਦਾ। ਅਕ੍ਰੋਸ ਦੀ ਫੋਨ ਕੋਈ ਚੀਜ਼ਾਂ ਡਿਸਕਸ਼ਨ ਨਹੀਂ ਹੋ ਸਕਦੀਆਂ। ਜੀ ਨੀਲ ਜੀ, ਮੈਨੂੰ ਪੁੱਛ ਰਹੇ ਮੈਡਮ? ਨੀਲ ਜੀ, ਜੀ ਮੈਡਮ ਬਿਲਕੁਲ ਐਪਰੋਪਰੀਏਟ ਐਸ ਪਰ ਦਾ ਲਾਅ, ਜਿੱਥੇ ਜ਼ਰੂਰਤ, ਜਿਵੇਂ ਜ਼ਰੂਰਤ ਹੋਏਗੀ, ਜਦੋਂ ਜਿਹੜੀ ਕਿ ਸਾਰੀਆਂ ਏਜੰਸੀਆਂ ਜਿਹੜੀਆਂ ਉਹ ਇੰਡੀਪੈਂਡੈਂਟ ਕੰਮ ਕਰਦੀਆਂ ਨੇ, ਕਿਸੇ ਦੇ ਵਿੱਚ ਰਾਜਨੀਤਿਕ ਦਖਲ-ਅੰਦਾਜ਼ੀ ਨਹੀਂ ਹੈਗੀ ਹੈ। ਸੋ ਇਸ ਕਰਕੇ ਉਹ ਜਿਹੜੀ ਹੈ ਪੁੱਛ-ਗਿੱਛ ਬਿਲਕੁਲ ਕਰਨਗੇ। ਉਹ ਕਿਉਂ ਉਹਨਾਂ ਨੇ ਇਸ ਤਰ੍ਹਾਂ ਦੇ ਫੈਸਲੇ, ਜੇ ਕੁਝ ਫੈਸਲਿਆਂ ਦੇ ਸਾਈਨ ਕੀਤੇ ਨੇ, ਕਿਉਂ ਕੀਤੇ ਗਏ, ਜਿਸ ਦੇ ਨਾਲ ਜੇ ਪੰਜਾਬ ਨੂੰ ਨੁਕਸਾਨ ਹੋਇਆ, ਕਿਉਂ ਹੋਇਆ, ਉਹ ਸਾਰੇ ਫੈਸਲਿਆਂ ਦੀ ਤਹਿਕੀਕਾਤ ਹੋਏਗੀ। ਬਿਲਕੁਲ ਚਿੰਤਾ ਨਾ ਕਰੋ, ਠੀਕ ਹੈ। ਤੁਹਾਨੂੰ ਜੇਕਰ ਤੁਸੀਂ ਕੋਈ ਗਲਤ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈ? ਤੁਸੀਂ ਕਿਉਂ ਇੰਨਾ ਹਾਈਪਰ ਹੋ ਰਹੇ ਹੋ? ਇੱਕ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਜ਼ਿੰਮੇਵਾਰੀ ਨਾਲ ਆਖਿਆ, ਉਹਦੀ ਪ੍ਰੋੜਤਾ ਕਰਦੇ ਅਸੀਂ, ਉਹਨਾਂ ਨੇ ਬਿਲਕੁਲ ਜ਼ਿੰਮੇਵਾਰੀ ਨਾਲ ਆਖਿਆ ਹੈਗਾ। ਵਰਿੰਦਰ ਢਿੱਲੋਂ ਜੀ ਕਹਿ ਰਹੇ ਨੇ ਕਿ ਬਹੁਤ ਜ਼ਿੰਮੇਵਾਰੀ ਦੇ ਨਾਲ ਬਿਆਨ ਦਿੱਤਾ ਹੈ, ਅਗਰ ਮੁੱਖ ਮੰਤਰੀ ਨੇ ਕੋਈ ਬਿਆਨ ਵਿਧਾਨ ਸਭਾ 'ਚ ਦਿੱਤਾ ਹੈ। ਇਹਨਾਂ ਦਾ ਤਾਂ ਪੱਕਾ ਹਿਸਾਬ ਆ, ਟੇਪ ਰਿਕਾਰਡਰ ਵਾਂਗੂ ਟੇਪ ਨਹੀਂ ਆਨ ਹੋ ਜਾਂਦੀ, ਬਸ ਫਿਰ ਆਪਣਾ ਰੱਟ ਜੀ ਰਟਾਈ ਗੱਲਾਂ ਕਰੀ ਜਾਣੀਆਂ। ਕਿਹੜੀ ਜ਼ਿੰਮੇਵਾਰੀ ਤਹਿ ਤੱਕ? ਯਾਰ ਤੁਸੀਂ ਕਿਹੜਾ ਕੋਈ ਸਾਨੂੰ ਦੱਸੀਆਂ ਰੱਟੀਆਂ ਰਟਾਈਆਂ ਗੱਲਾਂ ਦੱਸਦੇ ਹੋ ਤੇ ਤੁਸੀਂ ਪਹਿਲਾਂ ਆਪਣੀ ਛੋਟੀ ਥੱਲੇ ਪੀੜੀ ਥੱਲੇ ਸੋਟਾ ਮਾਰੋ ਨਾ ਤੁਸੀਂ, ਠੀਕ ਹੈ ਨਾ? ਜੇ ਤੁਸੀਂ ਜੇ ਕਿ ਰੱਟੀਆਂ ਰਟਾਈਆਂ ਦੀ ਗੱਲਾਂ ਕਰਦੇ, ਤੁਹਾਨੂੰ ਲੋਕਾਂ ਨੇ ਪਹਿਲਾਂ ਤੁਸੀਂ ਸੋਚਦੇ ਲਓ ਨਾ, ਤੁਹਾਨੂੰ ਲੋਕਾਂ ਨੇ ਇਸ ਮੁਕਾਮ 'ਚ ਕਿਉਂ ਪਹੁੰਚਾਤਾ, ਕੀ ਕਾਰਨ? ਕੋਈ ਤੇ ਕਾਰਨ ਰਿਹਾ ਹੋਏਗਾ ਨਾ। ਜੇ ਤੁਸੀਂ ਇੰਨੀ ਚੰਗੇ ਸੀ, ਇੰਨੀ ਵਧੀਆ ਸੀ, ਇੰਨੇ ਮਾਸਟਰਮਾਈਂਡ ਬੰਦੇ ਸੀ, ਇੰਨੇ ਵਧੀਆ ਤੁਸੀਂ ਸਾਰਾ ਕੁਝ ਕਰਦੇ ਸੀ, ਲੋਕਾਂ ਨੇ ਕਿਉਂ ਪਹੁੰਚਾਇਆ ਤੁਹਾਨੂੰ ਇੱਥੋਂ ਤੱਕ? ਤੁਸੀਂ ਠੀਕ ਹੈ ਨਾ, ਮਿਨੀਮਮ ਤੇ ਤੁਹਾਨੂੰ ਸਾਰੀਆਂ ਆਏ ਨਹੀਂ ਤੁਹਾਡੇ ਕੋਲੇ, ਹਾਲੇ ਪਹਿਲੀ ਵਾਰ ਸਰਕਾਰ ਬਣੀ ਆ ਤੁਹਾਡੀ ਜ਼ਿੰਦਗੀ 'ਚ, ਹਾਲੇ ਤੁਹਾਡੀ ਪਹਿਲੀ ਵਾਰ ਸਰਕਾਰ ਬਣੀ ਆ। ਕੋਈ ਚਿੰਤਾ ਨਾ ਕਰੋ, ਦਿੱਲੀ ਦੇ ਵਿੱਚ ਵੀ ਪਹਿਲੀ ਵਾਰੀ ਬਣੀ ਸੀ। ਤੁਸੀਂ ਦੱਸੋ ਦਿੱਲੀ 'ਚ ਕਿੰਨੇ ਐਮਐਲਏ ਇਸ ਤੋਂ ਬਾਅਦ ਤੁਹਾਡੇ, ਜਦੋਂ ਦੀ ਸਾਡੀ ਸਰਕਾਰ ਬਣੀ ਹੈ ਦਿੱਲੀ 'ਚ 3 ਵਾਰੀ ਬਣਾਈ ਹੈ, ਔਰ ਪੰਜਾਬ 'ਚ ਵੀ 3 ਵਾਰੀ ਬਣੀ। ਦਿੱਲੀ 'ਚ ਪਹਿਲੀ ਵਾਰੀ ਬਣੀ ਸੀ ਨਾ, ਤੁਸੀਂ ਮੈਨੂੰ ਦੱਸੋ ਕਿੰਨੇ ਐਮਐਲਏ ਪੰਜਾਬ 'ਚ ਤੁਹਾਡੇ? ਅੱਛਾ ਵਰਿੰਦਰ ਢਿੱਲੋਂ ਜੀ, ਤੁਹਾਡੀ ਗੱਲਬਾਤ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਦੇ ਨਾਲ? ਕਿਹਨਾਂ ਦੀ ਤੁਹਾਡੀ ਗੱਲਬਾਤ ਹੋਈ ਹੈ ਸਾਬਕਾ ਮੁੱਖ ਮੰਤਰੀ ਦੇ ਨਾਲ, ਚਰਨਜੀਤ ਚੰਨੀ ਦੇ ਨਾਲ ਪਿਛਲੇ ਦਿਨਾਂ 'ਚ? ਤੁਸੀਂ ਦੇਖੋ ਕਿਸ ਲੈਵਲ ਤੇ ਡਿਸਕਸ਼ਨ ਲੈ ਕੇ ਖੜੀ ਕਰਤੀ ਇਹਨਾਂ ਨੇ ਵੀ ਗੱਲ ਹੋਈ ਹੈ ਕਿਸੇ ਨੇ ਮੁੱਖ ਮੰਤਰੀ ਨਾਲ, ਇਹ ਨਹੀਂ ਗੱਲ ਹੋਈ ਮੁੱਖ ਮੰਤਰੀ ਨਾਲ। ਮਤਲਬ ਫਾਈਲਸ ਆ, ਇੰਨੀ ਸਾਰਾ ਬਿਊਰੋਕ੍ਰੇਸੀ ਆ, ਸਾਰੇ ਅਫਸਰ ਉੱਥੇ ਅਵੇਲੇਬਲ ਆ। ਮਤਲਬ ਇਹ ਤੁਸੀਂ ਦੇਖੋ ਨਾ ਕਿਸ ਡਿਸਕਸ਼ਨ ਨੂੰ ਲਿਆ ਕੇ ਕਿੱਥੇ ਖੜਾ ਕਰ ਦਿੰਦੇ ਆ ਕਿ ਮੁੱਖ ਮੰਤਰੀ ਨਾਲ ਮੈਂ ਗੱਲ ਕਰਨੀ ਸੀ। ਤਾਂ ਦੇਖੋ ਫੋਨ ਅਵੇਲੇਬਲ ਆ, ਅੱਜ ਦੇ ਸਮੇਂ 'ਚ ਜ਼ੂਮ ਕਾਲਸ ਅਵੇਲੇਬਲ ਆ, ਤੁਸੀਂ ਜਿੰਨਾ ਗੱਲ ਕਰਨੀ ਗੱਲ ਕਰ ਲਓ। ਲੇਕਿਨ ਤੰਜ ਕੱਸਣੇ, ਸਿਰਫ ਹਰ ਟਾਈਮ ਮਜ਼ਾਕ ਕਰਨਾ ਔਰ ਹਰ ਟਾਈਮ ਚੀਜ਼ਾਂ ਨੂੰ ਮਤਲਬ ਇੱਕ ਡਰਾਮੇਟਾਈਜ਼ ਕਰਕੇ ਇਸ ਤਰੀਕੇ ਦਾ ਮਾਹੌਲ ਖੜਾ ਕਰ ਦੇਣਾ ਵੀ ਜਿਵੇਂ ਪਤਾ ਨਹੀਂ ਵੀ ਕੀ ਨੁਕਸਾਨ ਹੋ ਰਿਹਾ ਵਾ, ਜਦਕਿ ਉਹ ਚੀਜ਼ਾਂ ਦਾ ਕੋਈ ਤੱਕ ਹੀ ਨਹੀਂ ਹੈ। ਆਪਰੇਸ਼ਨ ਲੋਟਸ ਕੀ ਸੀਗਾ? ਤੁਸੀਂ ਮੈਨੂੰ ਦੱਸੋ, ਕੋਈ ਨਿਕਲਿਆ ਕੱਲ ਦੇ ਸੈਸ਼ਨ 'ਚੋਂ ਕੁਝ ਗੱਲ 'ਚੋਂ? ਕੱਲ ਪੰਜਾਬ ਦੀ ਪ੍ਰੋਡਕਟਿਵਿਟੀ ਵਾਸਤੇ ਗੱਲ ਨਿਕਲੀ? ਸਵਾਏ ਤੰਜ ਕੱਸਣੇ, ਸਵਾਏ ਮਜ਼ਾਕ ਉਡਾਣੇ ਔਰ ਸਵਾਏ ਇੱਕ ਤਰ੍ਹਾਂ ਤੋਂ ਮਤਲਬ ਇਹ ਕਹੂੰਗਾ ਵੀ ਇਹ ਸਦਨ ਦੀ ਮਰਿਆਦਾ ਨੂੰ ਭੰਗ ਕਰਨਾ, ਕਿਸ ਤਰੀਕੇ ਦੀ ਟਿੱਚਰ ਮਖੌਲ ਕਰ ਰਹੇ, ਕਿਸ ਤਰੀਕੇ ਦੀ ਹੁੱਲੜਬਾਜ਼ੀ ਕਰ ਰਹੇ ਲੋਕ। ਇਹ ਸਰਕਾਰ ਆ, ਇਹ ਭੁੱਲ ਰਿਹਾ, ਇਹ ਆਪੋਜੀਸ਼ਨ ਨਹੀਂ ਰਹੇ। ਯਾਰ ਮਰਿਆਦਾ ਕਾਂਗਰਸ ਭੰਗ ਕਰ ਰਹੀ ਹੈ, ਤੁਸੀਂ ਭੰਗ ਕਰ ਰਹੇ ਹੋ ਕਿ ਅਸੀਂ ਭੰਗ ਕਰ ਰਹੇ ਹਾਂ? ਜਦੋਂ ਇੱਕ ਜ਼ਿੰਮੇਵਾਰ ਚੁਣਿਆ ਹੋਇਆ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਹਿ ਰਿਹਾ ਹੈ ਕਿ ਜਿਹੜੇ ਸਾਈਨ ਉਹਨਾਂ ਨੇ ਕੀਤੇ, ਉਹਨਾਂ ਸਾਈਨਾਂ ਦੇ ਨਾਲ ਸਰਕਾਰ ਦੇ ਅੱਗੇ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਹੈ, ਤੇ ਕਿਸੇ ਗੱਲ ਤੇ ਆਖਿਆ ਉਹਨਾਂ ਨੇ? ਜਦੋਂ ਇੱਕ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਚੰਨੀ ਸਾਹਿਬ ਦੇ ਸਾਈਨ ਕੀਤਿਆਂ ਦੇ ਨਾਲ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ, ਤਾਂ ਕਿਸੇ ਗੱਲ ਤੇ ਕਹਿ ਰਹੇ ਹੈਗੇ ਉਹ, ਠੀਕ ਹੈ ਨਾ? ਜ਼ਿਆਦਾ ਤੁਸੀਂ ਕਲਪੋ ਨਾ, ਚਿੰਤਾ ਨਾ ਕਰੋ, ਹਰ ਇੱਕ ਦਾ ਯਾਨੀ ਕਿ ਟਾਈਮ ਆਏਗਾ ਔਰ ਜਿੱਥੇ ਜ਼ਰੂਰਤ ਪਏਗੀ ਉਹਨੂੰ ਬੁਲਾਉਣਾ ਪਏਗਾ। ਸਾਬਕਾ ਮੁੱਖ ਮੰਤਰੀ ਸਾਹਿਬ ਨੂੰ ਬੁਲਾਉਣਗੇ ਵੀ, ਗੱਲਬਾਤ ਵੀ ਹੋਏਗੀ, ਲੇਕਿਨ ਹਰ ਚੀਜ਼ ਦਾ ਹੋਏਗਾ ਜਿਹੜੀਆਂ ਚੀਜ਼ਾਂ ਦੇ ਨਾਲ। ਸਵਾਲ ਉੱਥੇ ਹੀ ਹੈ ਕਿ ਜੇ ਉਹਨਾਂ ਨੂੰ ਅਜੇ ਤੱਕ ਸੰਪਰਕ ਨਹੀਂ ਕੀਤਾ ਗਿਆ, ਜੇ ਜ਼ਰੂਰਤ ਨਹੀਂ ਪਈ, ਤਾਂ ਫਿਰ ਇਹ ਵਿਧਾਨ ਸਭਾ ਦੇ ਵਿੱਚ ਇਹ ਸਵਾਲ ਕਿਉਂ ਕੀਤੇ ਗਏ? ਜਾਂ ਫਿਰ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਬਹੁਤ ਸਾਰੀਆਂ ਫਾਈਲਾਂ ਸੀ
ਜਿਨ੍ਹਾਂ ਤੇ ਇਸ ਤਰੀਕੇ ਨਾਲ ਸਾਈਨ ਕੀਤੇ ਗਏ ਕਿ ਪਤਾ ਨਹੀਂ ਕੀ ਕਰ ਗਏ, ਤਾਂ ਫਿਰ ਉਹਨਾਂ ਦੇ ਨਾਲ ਗੱਲਬਾਤ ਕੀਤੇ ਬਿਨਾਂ ਜਾਂ ਉਹਨਾਂ ਨੂੰ ਸੱਦੇ ਬਿਨਾਂ ਜਾਂ ਫਿਰ ਅਗਰ ਉਸ ਦੀ ਜਾਂਚ ਵੀ ਕਰਨੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤੇ ਬਿਨਾਂ ਇਹ ਸਭ ਬਿਆਨ ਕਿਉਂ ਦਿੱਤੇ ਗਏ? ਕਿਉਂਕਿ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋਇਆ ਤਾਂ ਹੀ ਚਰਨਜੀਤ ਚੰਨੀ ਨੇ ਜਵਾਬ ਵੀ ਦਿੱਤਾ ਹੈ। ਉਹਨਾਂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਫੋਨ ਉਹਨਾਂ ਦਾ 24 ਘੰਟੇ ਅਵੇਲੇਬਲ ਹੈ, ਫੋਨ ਤੇ ਅਵੇਲੇਬਲ ਨੇ, ਉਹਨਾਂ ਨੂੰ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ। ਪਿਛਲੇ ਜਿੰਨੇ ਵੀ ਮਹੀਨੇ ਨੇ ਉਸ ਦੇ ਵਿੱਚ ਉਹਨਾਂ ਨੂੰ ਸਰਕਾਰ ਦੇ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ। ਹਰ ਗੱਲ ਤੇ ਜਵਾਬ ਦੇਣ ਨੂੰ ਤਿਆਰ ਨੇ, ਹਰ ਫਾਈਲ ਨੂੰ ਲੈ ਕੇ ਉਹਨਾਂ ਦੇ ਕੋਲ ਜਵਾਬ ਹੈ। ਨੀਲ ਜੀ। ਮੈਡਮ, ਮੈਂ ਅਰਸ਼ ਮੈਡਮ ਤੁਹਾਨੂੰ ਇਹੀ ਗੱਲ ਕਹਿ ਰਿਹਾ ਵਾਂ, ਇੱਕ ਬੰਨੇ ਚੁਣੇ ਹੋਏ ਜਿਹੜੇ ਮੁੱਖ ਮੰਤਰੀ ਨੇ, ਮੌਜੂਦਾ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਹੈਗਾ ਕਿ ਉਹਨਾਂ ਦੇ ਕੁਝ ਪੇਪਰਾਂ ਤੇ ਸਾਈਨ ਕਰਨ ਦੇ ਨਾਲ ਸੰਵਿਧਾਨਿਕ ਸੰਕਟ ਖੜਾ ਹੋ ਗਿਆ, ਤੇ ਉਹ ਕਿੱਥੇ ਨੇ? ਔਰ ਦੂਸਰੇ ਬੰਨੇ ਸਾਬਕਾ ਮੁੱਖ ਮੰਤਰੀ ਕਿਹੜੀ ਫਾਈਲ ਤੇ ਹੋ ਗਿਆ? ਕੋਈ ਜਵਾਬ ਦੇ ਦੇਣ, ਕੋਈ ਪ੍ਰੈਸ ਕਾਨਫਰੰਸ ਦੱਸ ਦੇਣ ਕਿਹੜੀ ਫਾਈਲ ਤੇ ਖੜਾ ਹੋ ਗਿਆ? ਕੀ ਗੱਲਾਂ ਇਹ ਨਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਨਾ ਤੁਸੀਂ ਵਿਧਾਨ ਸਭਾ ਦੇ ਮੈਂਬਰ ਹੋ, ਨਾ ਮੈਂ ਵਿਧਾਨ ਸਭਾ ਦਾ ਮੈਂਬਰ ਹੈਗਾ। ਇਹ ਤੇ ਸਰਕਾਰ ਦੱਸੇਗੀ ਕਿਉਂ ਕਲਪਦੇ ਹੋ ਤੁਸੀਂ, ਸਰਕਾਰ ਦੱਸੇਗੀ ਕਿਉਂ ਇੰਨੀ ਪਰੇਸ਼ਾਨੀ ਹੋ ਤੁਹਾਨੂੰ, ਇਹ ਸਰਕਾਰ ਦੱਸੇਗੀ। ਭਾਈ ਸਾਹਿਬ ਇੰਨੇ ਪਰੇਸ਼ਾਨ ਨਾ ਹੋਵੋ ਤੁਸੀਂ, ਠੀਕ ਹੈ ਨਾ? ਪਰੇਸ਼ਾਨ ਕੌਣ ਬੰਦਾ ਹੁੰਦਾ ਹੈਗਾ? ਜਿਨ੍ਹਾਂ ਨੇ ਕੁਝ ਗਲਤੀਆਂ ਕੀਤੀਆਂ ਹੁੰਦੀਆਂ ਉਹੀ ਉਹਨਾਂ ਨੂੰ ਉਹੀ ਪਰੇਸ਼ਾਨ ਹੁੰਦੇ ਨੇ, ਉਹੀ ਪਰੇਸ਼ਾਨ ਹੁੰਦੇ ਨੇ, ਦੂਜਾ ਕੋਈ ਪਰੇਸ਼ਾਨ ਨਹੀਂ ਹੁੰਦਾ। ਮੈਂ ਕਹਿੰਦਾ ਸਾਰੀ ਟੀਮ ਹੀ ਇਹਨਾਂ ਦੀ ਭੰਡਾਂ ਦੀ ਆ, ਸਾਰੇ ਲੋਕਾਂ ਨੇ ਬੇਤੁਕੀਆਂ ਗੱਲਾਂ। ਤੁਸੀਂ ਮੈਨੂੰ ਦੱਸੋ ਸਾਰੀ ਗੱਲ ਚੋਂ ਕੋਈ ਕਨਵਰਸੇਸ਼ਨ ਚੋਂ ਕੋਈ ਤੁਕ ਨਿਕਲ ਰਹੀ ਹੈ? ਤੁਸੀਂ ਤੁਹਾਡੀ ਗੱਲ ਚੋਂ ਕੋਈ ਤੁਕ ਨਿਕਲੀ ਹੈ ਮੈਨੂੰ ਦੱਸੋ? ਤੁਸੀਂ ਤੇ ਸਭ ਤੋਂ ਵੱਡੇ ਭੰਡ ਤੇ ਤੁਸੀਂ ਹੋ, ਤੁਸੀਂ ਚੁਣੇ ਹੋਏ ਮੁੱਖ ਮੰਤਰੀ ਨੂੰ ਭੰਡ ਕਹਿੰਦੇ ਹੋ, ਤੁਹਾਡੇ ਤੋਂ ਵੱਡਾ ਭੰਡ ਕੌਣ ਹੈਗਾ ਦੱਸੋ ਮੈਨੂੰ? ਸਵਾਲ ਪੁੱਛ ਰਹੇ ਆ ਵੀ ਤੁਸੀਂ ਜਵਾਬ ਦੇ ਦਿਓ, ਫਿਰ ਦੱਸੋ ਕਿਹੜੀ ਫਾਈਲ, ਕਿਹੜੇ ਸੰਵਿਧਾਨਕ ਸੰਕਟ? ਮੈਂ ਤੇ ਜਵਾਬ ਦੇ ਰਿਹਾ ਹੈਗਾ, ਉਹ ਤੇ ਮੁੱਖ ਮੰਤਰੀ ਸਾਹਿਬ ਦੱਸਣਗੇ, ਡਿਪਾਰਟਮੈਂਟ ਦੱਸੇਗਾ, ਵਿਭਾਗ ਦੱਸੇਗਾ ਕਿਹੜੀ ਫਾਈਲ ਹੈਗੀ ਹੈ। ਨਾ ਫਾਈਲ ਤੁਹਾਨੂੰ ਪਤਾ, ਨਾ ਫਾਈਲ ਮੈਨੂੰ ਪਤਾ। ਚਲੋ ਫਿਰ ਇਸ ਪੂਰੇ ਮਾਮਲੇ ਤੇ ਚਰਨਜੀਤ ਚੰਨੀ ਦਾ ਰਿਐਕਸ਼ਨ ਜ਼ਰੂਰ ਆਇਆ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਸੰਪਰਕ ਕਰ ਲੈਣ, 24 ਘੰਟੇ ਮੈਂ ਫੋਨ ਦੇ ਉੱਤੇ ਅਵੇਲੇਬਲ ਹਾਂ ਤੇ ਜਲਦ ਵਾਪਸ ਵੀ ਆ ਰਿਹਾ। ਸ਼ੁਕਰੀਆ ਨੀਲ ਗਰਗ ਜੀ ਸਾਡੇ ਨਾਲ ਜੁੜਨ ਦੇ ਲਈ। ਬਰਿੰਦਰ ਢਿੱਲੋਂ ਜੀ ਤੁਹਾਡਾ ਵੀ ਸ਼ੁਕਰੀਆ। ਚਰਨਜੀਤ ਚੰਨੀ ਨੇ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ। ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਵਾਲ ਕੀਤੇ ਗਏ ਸੀ ਕਿ ਚਰਨਜੀਤ ਚੰਨੀ ਕਿੱਥੇ ਨੇ। ਜਦੋਂ ਜਿਵੇਂ ਹੀ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਤਾਂ ਉਹ ਵਿਦੇਸ਼ ਚਲੇ ਗਏ। ਕਿੱਥੇ ਨੇ? ਕੈਨੇਡਾ ਨੇ, ਅਮਰੀਕਾ ਨੇ। ਬਹੁਤ ਸਾਰੇ ਲੋਕ ਇਸ ਦੇ ਬਾਰੇ ਚਰਚਾ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਈ ਸਾਰੀਆਂ ਫਾਈਲਾਂ ਨੂੰ ਲੈ ਕੇ ਵੀ ਇਲਜ਼ਾਮ ਲਗਾਏ ਕਿ ਬਹੁਤ ਸਾਰੀਆਂ ਬੈਕਡੇਟ ਦੇ ਵਿੱਚ ਫਾਈਲਾਂ ਸਾਈਨ ਕੀਤੀਆਂ ਗਈਆਂ ਸੀ, ਪਤਾ ਨਹੀਂ ਕੀ ਕਰ ਗਏ। ਇਹ ਸਵਾਲ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ। ਚਰਨਜੀਤ ਚੰਨੀ ਨੇ ਜਵਾਬ ਦਿੱਤਾ ਹੈ ਕਿ ਮੈਂ ਫੋਨ ਤੇ ਅਵੇਲੇਬਲ ਹਾਂ, 24 ਘੰਟੇ ਇਲਾਜ ਕਰਵਾਉਣ ਦੇ ਲਈ ਅਮਰੀਕਾ ਗਿਆ ਹਾਂ, ਮੈਨੂੰ ਸਰਕਾਰ ਜਦੋਂ ਚਾਹੇ ਸੰਪਰਕ ਕਰ ਸਕਦੀ ਹੈ। ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਨੇ ਅਜੇ ਤੱਕ ਸੰਪਰਕ ਨਹੀਂ ਕੀਤਾ। ਇੱਕ ਵਾਰ ਫਿਰ ਤੋਂ ਸੁਣਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਕੀ ਕੁਝ ਕਿਹਾ ਸੀ। 16 ਮਾਰਚ ਨੂੰ ਅਸੀਂ ਸਹੁੰ ਚੁੱਕੀ, ਕੋਲੇ ਵੀ ਮੰਤਰੀ ਤੌਰ ਤੇ ਬਹੁਤ ਸਾਰੀਆਂ ਫਾਈਲਾਂ ਆਉਂਦੀਆਂ ਨੇ ਜਿਹੜੀਆਂ ਕੰਟਰੋਵਰਸ਼ੀਅਲ ਨੇ। ਲਾਸਟ ਦਿਨਾਂ ਦੇ ਵਿੱਚ ਉਹ ਫੈਸਲੇ ਕੀਤੇ ਹੋਏ ਨੇ, ਜਾਂਦੇ ਜਾਂਦੇ ਫੈਸਲੇ ਕੀਤੇ ਹੋਏ ਨੇ। ਕਈ ਤਾਂ ਪੋਸਟ ਡੇਟਡ ਫੈਸਲੇ ਨੇ, ਕਈ ਪ੍ਰੀ ਡੇਟਡ ਫੈਸਲੇ ਨੇ। ਮੈਂ ਸਲਾਹ ਕਰਨੀ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਸਾਈਨ ਕੀਤੇ ਨੇ, ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ, ਕਿੱਥੇ ਨੇ ਸਰ? ਉਹ ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿੱਥੇ ਚਲੇ ਗਏ? ਬਹੁਤ ਸਾਰੀਆਂ ਫਾਈਲਾਂ ਬਾਰੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ, ਕਿਵੇਂ ਸਾਈਨ ਕਰ ਗਏ, ਕੀ ਸਾਈਨ ਕਰ ਗਏ, ਇਹਦਾ ਕੀ ਕਰੀਏ ਹੁਣ? ਤਾਂ ਸੱਤਾ ਟ੍ਰਾਂਸਫਰ ਵਾਸਤੇ ਵੀ ਨਹੀਂ ਤੁਸੀਂ ਮਿਲ ਸਕਦੇ ਸਾਨੂੰ। ਇਹ ਪਾਕਿਸਤਾਨ ਥੋੜੀ ਹੈ ਸਰ। ਪਾਕਿਸਤਾਨ ਚ ਹੁੰਦਾ ਏਦਾਂ, ਪ੍ਰਧਾਨ ਮੰਤਰੀ ਹੋ, ਜਿੱਦੇ ਲਾਹ ਤੇ ਜਾਂ ਤਾਂ ਭਾਜੋ ਜਾਂ ਫਾਂਸੀ। ਤੇ ਚੰਨੀ ਸਾਹਿਬ ਭੱਜ ਕਿਉਂ ਗਏ ਜੀ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਕਾਂਗਰਸੀਆਂ ਨੂੰ, ਕਿ ਆਪਦਾ ਸੀਐਮ ਦਾ ਕੈਂਡੀਡੇਟ ਦਿਖਾ ਦਿਓ ਕਿੱਥੇ ਹੈ। ਮੈਂ ਬਹੁਤ ਸਾਰੀਆਂ ਫਾਈਲਾਂ ਬਾਰੇ ਪੁੱਛਣਾ ਚਾਹੁੰਦਾ। ਉਹਨਾਂ ਨੇ ਡਿਸੀਜਨ ਲਏ ਹੋਏ ਨੇ, ਲਾਸਟ ਦਿਨਾਂ 'ਚ ਡਿਸੀਜਨ ਲਏ ਹੋਏ ਨੇ, ਕਿੱਧਰ ਗਏ? ਕੋਈ ਕਹਿੰਦਾ ਜੀ ਅਮਰੀਕਾ ਨੇ, ਕੋਈ ਕਹਿੰਦਾ ਜੀ ਕੈਨੇਡਾ ਨੇ। ਇਸ ਕੰਮ ਵਾਸਤੇ ਤੁਸੀਂ ਮੁੱਖ ਮੰਤਰੀ ਬਣੇ ਸੀ ਯਾਰ, ਕਿ ਅਸੀਂ 120 ਦਿਨ 12 ਦਿਨ 118 ਦਿਨ ਬਣ ਜਾਾਂਗੇ, ਬਾਅਦ 'ਚ ਇੱਥੋਂ ਭੱਜ ਜਾਾਂਗੇ। ਇਹਦਾ ਮਤਲਬ ਤੁਸੀਂ ਆਪ ਹੀ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਹੋ। ਤੁਸੀਂ ਰਹੋ ਇੱਥੇ ਕਿ ਮੈਂ ਮੁੱਖ ਮੰਤਰੀ ਹੁੰਦਾ ਸੀ, ਸਾਬਕਾ ਮੁੱਖ ਮੰਤਰੀ ਬਹੁਤ ਸਾਰੇ ਰਹਿੰਦੇ ਨੇ। ਇਹਦਾ ਮਤਲਬ ਕੁਝ ਨਾ ਕੁਝ ਗਲਤ ਕੀਤਾ। ਇਹਦਾ ਮਤਲਬ ਕਾਂਗਰਸ ਦੇ ਵਿੱਚ ਇਹ ਹਾਲਾਤ ਹੈ ਕਿ ਕਾਂਗਰਸੀ ਉਹਨਾਂ ਦੇ ਹੀ ਇਮਾਨਦਾਰ ਨੇ ਜਿੰਨੇ ਚਿਰ ਮੌਕਾ ਨਹੀਂ ਮਿਲਦਾ। ਜਦੋਂ ਮੌਕਾ ਮਿਲ ਗਿਆ ਚੱਕ ਦਿਓ। ਵੱਡੀ ਖਬਰ ਦਾ ਰੁਖ ਕਰਦੇ ਹਾਂ। ਫਿਰੋਜ਼ਪੁਰ ਦੇ ਵਿੱਚ ਖੇਤ ਚੋਂ ਹਥਿਆਰ ਮਿਲੇ ਨੇ। ਪਿੰਡ ਆਰਐਫਕੇ ਦੇ ਖੇਤਾਂ ਚੋਂ AK-47 ਦੇ 2 ਮੈਗਜ਼ੀਨ ਬਰਾਮਦ ਹੋਏ ਨੇ। ਪਾਕਿਸਤਾਨ ਤੋਂ ਇਹਨਾਂ ਹਥਿਆਰਾਂ ਦੀ ਸਪਲਾਈ ਹੋਈ ਹੈ।
ਡਰੋਨ ਜ਼ਰੀਏ ਹਥਿਆਰ ਸੁੱਟੇ ਜਾਣ ਦਾ ਸ਼ੱਕ ਹੈ। ਪੁਲਿਸ ਦੇ ਵੱਲੋਂ ਆਸ-ਪਾਸ ਦੇ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਖੇਤ 'ਚੋਂ ਹਥਿਆਰ ਮਿਲੇ ਨੇ। ਪਾਕਿਸਤਾਨ ਵੱਲੋਂ ਹਥਿਆਰ ਸਪਲਾਈ ਕੀਤੇ ਜਾਣ ਦਾ ਸ਼ੱਕ ਹੈ। ਡਰੋਨ ਦੇ ਜ਼ਰੀਏ ਹਥਿਆਰ ਸਪਲਾਈ ਕੀਤੇ ਹੋ ਸਕਦੇ ਨੇ। ਪੁਲਿਸ ਦੇ ਵੱਲੋਂ ਆਸ-ਪਾਸ ਦੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਇਸ ਵੇਲੇ ਜਾਰੀ ਹੈ। ਪਿੰਡ ਆਰਐਫਕੇ ਦੇ ਵਿੱਚ AK-47 ਦੇ 2 ਮੈਗਜ਼ੀਨ ਬਰਾਮਦ ਹੋਏ ਨੇ। ਖੇਤਾਂ 'ਚੋਂ 2 ਮੈਗਜ਼ੀਨ ਬਰਾਮਦ ਹੋਏ ਨੇ। ਫਿਰੋਜ਼ਪੁਰ ਦਾ ਮਾਮਲਾ ਹੈ। ਫਿਰੋਜ਼ਪੁਰ ਦੇ ਪਿੰਡ ਆਰਐਫਕੇ ਦੇ ਖੇਤਾਂ 'ਚੋਂ AK-47 ਦੇ 2 ਮੈਗਜ਼ੀਨ ਬਰਾਮਦ ਹੋਏ ਨੇ ਤੇ ਡਰੋਨ ਦੇ ਜ਼ਰੀਏ ਇਹ ਹਥਿਆਰ ਸੁੱਟੇ ਜਾਣ ਦਾ ਸ਼ੱਕ ਹੈ। ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਹੋਈ ਹੈ। ਪੁਲਿਸ ਦੇ ਵੱਲੋਂ ਆਸ-ਪਾਸ ਦੇ ਇਲਾਕੇ ਦੇ ਵਿੱਚ ਇਸ ਵੇਲੇ ਸਰਚ ਆਪਰੇਸ਼ਨ ਜਾਰੀ ਹੈ। ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਹਥਿਆਰ ਜਾਂ ਫਿਰ ਕੋਈ ਨਸ਼ਾ ਵੀ ਸੁੱਟਿਆ ਹੋ ਸਕਦਾ ਹੈ। AK-47 ਦੇ 2 ਮੈਗਜ਼ੀਨ ਖੇਤਾਂ 'ਚੋਂ ਬਰਾਮਦ ਹੋਏ ਨੇ। ਫਿਰੋਜ਼ਪੁਰ ਦੇ ਪਿੰਡ ਆਰਐਫਕੇ ਦਾ ਮਾਮਲਾ ਹੈ ਜਿੱਥੇ ਖੇਤਾਂ 'ਚੋਂ ਹਥਿਆਰ ਬਰਾਮਦ ਹੋਏ ਨੇ। AK-47 ਦੇ 2 ਮੈਗਜ਼ੀਨ ਮਿਲੇ ਨੇ। ਪੁਲਿਸ ਦੇ ਵੱਲੋਂ ਆਸ-ਪਾਸ ਦੇ ਇਲਾਕੇ 'ਚ ਸਰਚ ਆਪਰੇਸ਼ਨ ਇਸ ਵੇਲੇ ਚਲਾਇਆ ਜਾ ਰਿਹਾ ਹੈ। ਡਰੋਨ ਦੇ ਜ਼ਰੀਏ ਹਥਿਆਰ ਸੁੱਟੇ ਗਏ ਹੋ ਸਕਦੇ ਨੇ। ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਕੀਤੀ ਗਈ ਹੈ। ਡਰੋਨ ਦੇ ਜ਼ਰੀਏ ਹਥਿਆਰ ਸੁੱਟੇ ਗਏ ਹੋ ਸਕਦੇ ਨੇ। ਖੇਤਾਂ 'ਚ ਜਾਂਚ ਇਸ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਤੇ ਪੂਰੇ ਇਲਾਕੇ 'ਚ ਸਰਚ ਆਪਰੇਸ਼ਨ ਇਸ ਵੇਲੇ ਵੀ ਜਾਰੀ ਹੈ ਕਿ ਕਿਤੋਂ ਹੋਰ ਵੀ ਕੋਈ ਹਥਿਆਰ ਬਰਾਮਦ ਹੁੰਦੇ ਨੇ ਜਾਂ ਕੁਝ ਹੋਰ ਬਰਾਮਦ ਹੁੰਦਾ ਹੈ। ਕਿਤੇ ਹੋਰ ਵੀ ਕੁਝ ਹੋਰ ਸੁੱਟਿਆ ਗਿਆ ਹੋ ਸਕਦਾ ਹੈ। AK-47 ਦੇ 2 ਮੈਗਜ਼ੀਨ ਬਰਾਮਦ ਹੋਏ ਨੇ।